माई मेरे मन की प्यास। वाहिगुरु जी का खालसा वाहिगुरु जी की फतेह। कोट ब्रह्मंडां दे मालक जुगो जुगी अटल शब्दा अवतार दसां पातशाहियां दी आत्मक जोत धन धन सतगुरु श्री गुरु ग्रंथ साहिब सच्चे पातशाह जी महाराज जी दी पावन पवित्र हजूरी दे विच जुड़मन बैठी गुरु रोम गुरु खालसा साध संगत जीओ। आओ बड़े प्यार यार सत्कार दे नाल अमृत बाणी हर हर तेरी सुन सुन होवे परम गत मेरी। जलन बुझी शीतल होए मनुआ सतगुर का दर्शन पाई जियो। सतगुरां दी पितर अमृत बाणी की कथा विचार व्याख्या सो सरवण करके लाह प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु साहिब जी। टोडी महला पंजवा। टोडी रागनी दे विच सतगुरु पंजवें पातशाह शहीदां दे सरताज शांति दे सोमे गुरबाणी की रचनाहार धन धन श्री गुरु अर्जन देव साहिब जी महाराज शो पावन उपदेश की बख्शिश करते हैं। माई मेरे मन की प्यास। हे माता पिता रूप संत जनो मेरे मन चित्त दे विच परमेश्वर दे दर्शनां दी प्यास त्रे लगी हुई है। एक खिन रह ना सकाओ बिन प्रीतम। सो महाराज ने आखिया कि ये जिहड़ी प्यास है ये लाजमी होनी चाहिए है। जिस जन को प्रभ दरस प्यासा नानक तांक बल बल जासा। ये निष्कामता दे विच ही आउंदा है। जो दर्शनां दी इच्छा है ये निष्कामता दे विच ही आउंदी है। ये कोई कामना नहीं मन्नी जाती। धन बाबा फरीद साहब जी ने भी बड़ा प्यार जनाया है। प्रभु के दर्शनां वास्ते वो लगातार 48 साल तड़पते रहे। एक तड़पना ही हुंदा है मन दे विच प्रेम दे वैराग दे नाल दुखी होने का नाम है बिरहों। एक हुंदा है दुख जो कले कलेश नाल पैदा हुंदा कलयुग के प्रभाव दे नाल। वो तो दुख कलेश कह सकते हैं पर जिहड़ा संतां भगतां नूं हुंदा है वो है बिरहों जो वाहिगुरु दे प्यार दे विच विछोड़े दे विच तड़फना है। मन की प्रबल इच्छा कि महाराज के दर्शन हो जाण उन्होंने बिरहों किया है। बाबा फरीद साहब जी फरमाउंदे ने बिरहो बिरहो आखिए नहीं बिरहा 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 आखिए बिरहा तू सुल्तान फरीदा जित दिन बिरहो न उपजै सो तन जान मसान। कहंदे हे बिरहा तैनूं सारे बिरहा बिरहा कहंदे ने पर तू सुल्तान है तू बादशाह है।
ਕਿਉਂਕਿ ਤੇਰੇ ਤੋਂ ਬਗੈਰ ਰੱਬ ਮਿਲ ਹੀ ਨਹੀਂ ਸਕਦਾ। ਜਿਨ੍ਹਾਂ ਦੇ ਮਨ ਦੀ ਇੱਛਾ ਹੀ ਨਹੀਂ ਹੈ ਉਹ ਪਰਮਾਤਮਾ ਨੂੰ ਕਿਵੇਂ ਮਿਲ ਪੈਣਗੇ। ਅਤੇ ਇਸ ਲਈ ਮਨ ਦੀ ਪਿਆਸ ਹੋਣੀ ਚਾਹੀਦੀ ਹੈ। ਜਿਨ੍ਹਾਂ ਦੇ ਮਨ ਦੇ ਵਿੱਚ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਚਾਹਨਾ ਨਹੀਂ ਹੈ, ਫਰੀਦ ਸਾਹਿਬ ਜੀ ਕਹਿੰਦੇ ਹਨ ਕਿ ਉਹ ਮਰ ਕੇ ਮੜੀਆਂ ਦੇ ਵਿੱਚ ਜਾਣਗੇ। ਇਸ ਲਈ ਮਾਈ, ਇਹ ਮਾਤਾ ਪਿਤਾ ਰੂਪ ਸੰਤ ਜਨੋ, ਮੇਰੇ ਮਨ ਚਿੱਤ ਵਿੱਚ ਪਰਮੇਸ਼ਰ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ, ਤ੍ਰੇਹ ਲੱਗੀ ਹੋਈ ਹੈ। ਜੇ ਮਨ ਵਿੱਚ ਪਿਆਸ ਹੋਊਗੀ ਤਾਂ ਦਰਸ਼ਨ ਹੋ ਵੀ ਜਾਣਗੇ। ਜੇ ਬੱਚਾ ਆਪਣੀ ਮਾਂ ਦੇ ਕੋਲੋਂ ਦੁੱਧ ਮੰਗਦਾ ਹੀ ਨਹੀਂ ਤਾਂ ਦੱਸੋ ਉਹਨੂੰ ਦੁੱਧ ਦੀ ਪ੍ਰਾਪਤੀ ਕਿਵੇਂ ਹੋਵੇਗੀ। ਇਸ ਲਈ ਹੈ ਮਾਇਆਪਤੀ ਪਰਮੇਸ਼ਰ ਜੀ, ਆਪ ਜੀ ਦੇ ਮਿਲਣ ਜਾਂ ਦਰਸ਼ਨਾਂ ਦੀ ਮੇਰੇ ਮਨ ਵਿੱਚ ਤ੍ਰੇਹ ਇੱਛਾ ਲੱਗੀ ਹੋਈ ਹੈ। ਇਕ ਖਿਨ ਰਹਿ ਨਾ ਸਕਾਓ ਬਿਨ ਪ੍ਰੀਤਮ। ਇਹ ਪਿਆਰੇ ਪਰਮੇਸ਼ਰ ਜੀ, ਆਪ ਜੀ ਦੇ ਦਰਸ਼ਨ ਦੀਦਾਰੇ ਕਰਨ ਤੋਂ ਬਿਨਾਂ ਇੱਕ ਖਿਨ ਮਾਤਰ ਵੀ ਸਾਥੋਂ ਰਿਹਾ ਨਹੀਂ ਜਾ ਸਕਦਾ ਹੈ। ਕਿਉਂਕਿ ਦਰਸ਼ਨ ਦੇਖਣ ਕਾ ਧਾਰੀ ਮਾਨਿਆਸ। ਆਪ ਜੀ ਦੇ ਦਰਸ਼ਨ ਦੀਦਾਰੇ ਵੇਖਣ ਵਾਸਤੇ ਮੈਂ ਮਨ ਹਿਰਦੇ ਵਿੱਚ ਆਸਾ ਧਾਰਨ ਕੀਤੀ ਹੋਈ ਹੈ। ਇਹ ਮੇਰੇ ਮਨ ਦੀ ਚਾਹਨਾ ਹੈ, ਪਿਆਰ ਹੈ। ਮਾਝ ਮਹੱਲਾ ਪੰਜਵਾ, ਘਰ ਤੀਜਾ, ਚੌਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੇਰਾ ਮਨ ਲੋਚੈ ਗੁਰ ਦਰਸ਼ਨ ਦਾਈ, ਬਿਲਵ ਕਰੇ ਚਾਤਰ ਕੀ ਨਿਆਈ। ਤਿਰਖਾ ਨ ਉਤਰੈ ਸਾਧ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਹਉ ਘੋਲੀ ਜੀਓ ਘੋਲ ਕਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਓ। ਰਹਾਉ ਤੇਰਾ ਮੁਖ ਸੁਹਾਵਾ ਜੀਓ, ਸਹਿਜ ਧੁਨ ਬਾਣੀ। ਚਿਰ ਹੁਆ ਦੇਖੇ ਸਾਰੰਗ ਪਾਣੀ, ਮੋਹਿ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਸੋ ਹੋਂ ਘੋਲੀ ਜੀਓ ਘੋਲ ਕਮਾਈ, ਤੇ ਸੱਚੇ ਗੁਰ ਦਰਬਾਰੇ ਜੀਓ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰੇਤੁਤ ਭਗਵੰਤਾ। ਮੋਹੇ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਹਉ ਘੋਲੀ ਜੀਓ ਘੋਲ ਕਮਾਈ, ਤੇ ਸੱਚੇ ਗੁਰ ਦਰਬਾਰੇ ਜੀਓ। ਤੇਰਾ ਮੁਖ ਸੁਹਾਵਾ ਜੀਓ, ਸਹਿਜ ਧੁਨ ਬਾਣੀ। ਤੇਰਾ ਮੁਖ ਮਹਾਰਾਜ ਬੜਾ ਸੋਹਣਾ ਹੈ, ਜਿਹਦੇ ਵਿੱਚੋਂ ਗਿਆਨ ਵਾਲੀ ਮਿੱਠੀ ਮਿੱਠੀ ਆਵਾਜ਼ ਵਿੱਚ ਬਾਣੀ ਉਚਾਰਨ ਹੋ ਰਹੀ ਹੈ। ਤੇਰਾ ਮੁਖ ਸੁਹਾਵਾ ਜੀਓ, ਸਹਿਜ ਧੁਨ ਬਾਣੀ। ਚਿਰ ਹੁਆ ਦੇਖੇ ਸਾਰੰਗ ਪਾਣੀ। ਮਹਾਰਾਜ ਬੜਾ ਚਿਰ ਹੋਇਆ ਇਹ ਸਾਰੰਗ ਬਾਣੀ ਆਪ ਦੀ ਦਰਸ਼ਨ ਕੀਤੇ ਤੋਂ ਬੜਾ ਟਾਈਮ ਲੰਘ ਗਿਆ ਹੈ। ਦਰਸ਼ਨਾਂ ਤੋਂ ਬਗੈਰ ਇੰਨਾ ਚਿਰ ਬੜਾ ਕਠਿਨ ਹੈ। ਮੈਂ ਤਾਂ ਖਿੰਡ ਵੀ ਨਹੀਂ ਰਹਿ ਸਕਦਾ। ਮਹਾਰਾਜ ਸੱਚੇ ਪਾਤਸ਼ਾਹ, ਚਿਰ ਹੁਆ ਦੇਖੇ ਸਾਰੰਗ ਬਾਣੀ। ਸੋ ਆਪ ਕਿਰਪਾ ਕਰੋ, ਮੇਰੇ ਮਨ ਦੇ ਵਿੱਚ ਸ਼ਲੋਕ ਦਰਸ਼ਨ 82 ਦਿਨ ਰਾਤ, ਦਿਨ ਰਾਤ ਜਿਹੜੀ ਮੇਰੀ ਬਿਰਤੀ ਹੈ ਦਰਸ਼ਨਾਂ ਦੀ ਪਿਆਸੀ ਹੋ ਰਹੀ ਹੈ। ਚਿਤ ਮੋਹ ਅਨੰਦਨ ਨੀਤ, ਦਿਨ ਰਾਤ ਆਪ ਦੇ ਦਰਸ਼ਨਾਂ ਨੂੰ ਅਸੀਂ ਚੇਤੇ ਕਰਦੇ ਹਾਂ। ਖੋਲ ਕਪੜ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਕਿਰਪਾ ਕਰੋ, ਸਾਡੇ ਆਸਾਂ ਦੇਸਾਂ ਦੇ ਮਨ ਬੁੱਧ ਰੂਪ ਤਖਤੇ ਖੋਲ੍ਹ ਕੇ ਅਤੇ ਆਪ ਦੇ ਸਰੂਪ ਦੇ ਦਰਸ਼ਨ ਦਿਓ। ਆਪ ਦੀ ਜੋਤ ਦੇ ਦਰਸ਼ਨ ਹੋਣ, ਆਪ ਦਾ ਪ੍ਰਕਾਸ਼ ਹੋਵੇ, ਐਸੀ ਕਿਰਪਾ ਕਰੋ। ਧੰਨ ਬਾਬਾ ਫਰੀਦ ਸਾਹਿਬ ਜੀ ਨੇ ਵੇਖੋ ਕਿੰਨਾ ਪਿਆਰ ਜਨਾਇਆ ਹੈ। ਕਾਗਾ ਇੱਕ ਰੰਗ ਢਡੋਲਿਆ,
ਸਗਲਾ ਖਾਇਆ ਮਾਸ। ਇਹ ਦੋਈ ਨੈਣਾ ਮਤ ਛੋਹ ਫਿਰ ਦੇਖਣਗੀ ਆਸ। ਕਹਿੰਦੇ ਹੇ ਕਾਮੋ, ਤੁਸੀਂ ਮੇਰਾ ਕਰੰਗ ਤਾਂ ਢੰਡੋ ਲਿਆ, ਮੇਰੇ ਕਰੰਗ ਦੇ ਵਿੱਚੋਂ ਸਾਰਾ ਮਾਸ ਤੁਸੀਂ ਚੂੰਡ ਲਿਆ ਹੈ। ਕਾਗਾ ਚੂੰਡਣਾ ਪਿੰਜਰਾ, ਬਸੈ ਤਾਂ ਉੱਡਰ ਜਾਹੇ। ਜਿਤ ਪਿੰਜਰਾ ਮੇਰਾ ਸੌ ਵਸੈ, ਮਾਸ ਨਾ ਤਿੱਦੂ ਖਾਏ। ਹੁਣ ਮੇਰੀ ਅੱਖਾਂ 'ਤੇ ਰਹਿਣ ਦਿਓ ਵੀਰ ਬਣ ਕੇ, ਕਿਉਂਕਿ ਜੇ ਮਹਾਰਾਜ ਦੇ ਦਰਸ਼ਨ ਹੋ ਗਏ ਤਾਂ ਮੈਂ ਦਰਸ਼ਨ ਕਰਾਂਗਾ ਕਿਵੇਂ? ਉਹਦੇ ਦਰਸ਼ਨਾਂ ਦੀ ਪਿਆਸ ਦੇ ਨਾਲ ਹੀ ਤਾਂ ਮੈਂ ਇੱਥੇ ਆਸਾ ਲਾ ਕੇ ਬੈਠਾ ਹੋਇਆ। ਮੇਰੀਆਂ ਅੱਖਾਂ ਨੂੰ ਕੁਝ ਨਾ ਆਖੋ, ਅੱਖਾਂ ਮੇਰੀਆਂ ਛੱਡ ਦਿਓ। 48 ਸਾਲਾਂ ਬਾਅਦ ਵੀ ਧੰਨ ਬਾਬਾ ਫਰੀਦ ਸਾਹਿਬ ਜੀ ਨੇ ਇਹ ਨਹੀਂ ਆਖਿਆ ਕਿ ਮਹਾਰਾਜ ਵੇਖੋ ਸੋ ਕਿੱਡਾ ਸਖਤ ਹੈ, ਉਹਨੇ ਮੈਨੂੰ ਦਰਸ਼ਨ ਹੀ ਨਹੀਂ ਦਿੱਤੇ। ਇਹੀ ਆਖਿਆ ਕਿ ਮੇਰੇ ਕਰਮਾਂ 'ਚ ਫਰਕ ਹੈ, ਮਤਲਬ ਮੇਰੇ ਕਰਮ ਹੀ ਐਸੇ ਨੇ ਜਿਸ ਕਰਕੇ ਮਹਾਰਾਜ ਮਿਲ ਨਹੀਂ ਰਿਹਾ। ਫਿਰ ਵੀ ਆਸ ਲਾਈ ਹੋਈ ਹੈ ਕਿ ਮਹਾਰਾਜ ਮਿਲੂਗਾ ਜ਼ਰੂਰ। ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਸ਼ੇਖ ਸ਼ਾਹ ਸ਼ਰਫ ਦੇ ਚਰਨੀ ਲੱਗੇ। ਉਸ ਤੋਂ ਬਾਅਦ ਸੋ ਪ੍ਰਭੂ ਦੇ ਨਾਲ ਮਿਲਾਪ ਹੋਇਆ। ਫਿਰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੱਖ ਰੂਪ ਰੱਬ ਉਹਨਾਂ ਨੂੰ ਮਿਲੇ ਅਤੇ ਗਿਆਨ ਗੋਸ਼ਟ ਹੋਈ। ਐਸਾ ਭਗਤਾਂ ਦਾ ਵਾਹਿਗੁਰੂ ਨਾਲ ਪ੍ਰੇਮ ਹੈ, ਜੋ ਮਛਲੀ ਬਿਨ ਬਾਣੀਐ ਕਿਉਂ ਜੀਵਨ ਪਾਵੈ। ਬੂੰਦ ਵੀ ਹੋਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ। ਨਾਦ ਕੁਰੰਕੈ ਭੇਦਿਆ ਸਨਮੁਖ ਉਠਤਾਵੈ। ਭਵਰ ਲੋਭੀ ਕੋ ਸੰਵਾਸ ਕੈ ਮਿਲਾਪ ਬੰਧਾਵੈ। ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ। ਸੰਤਾਂ ਦੀ ਪ੍ਰੀਤੀ ਵਾਹਿਗੁਰੂ ਜੀ ਦੇ ਦਰਸ਼ਨਾਂ ਦੇ ਵਿੱਚ ਹੈ। ਉਹ ਮਹਾਰਾਜ ਦੇ ਦਰਸ਼ਨ ਕਰਕੇ ਹੀ ਰੱਜਦੇ ਹਨ। ਸੋ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ। ਹੁਣ ਕਦ ਮਿਲੀ ਹੈ ਪ੍ਰੇ ਤੁਧ ਭਗਵੰਤ। ਮੋਹਿ ਰਹਿਣ ਨਾ ਮਿਹਾਵੈ ਨੀਂਦ ਨਾ ਆਵੈ। ਬਿਨ ਦੇਖੇ ਗੁਰ ਦਰਬਾਰੇ ਜੀਓ ਹੋਂ ਕੋਲੀ ਜੀਓ ਕੋਲ ਕਮਾਈ। ਤੇ ਸੱਚੇ ਗੁਰ ਦਰਬਾਰੇ ਜੀਓ ਤੇਜਾ ਦਰਸ਼ਨ ਹੋਏ ਭਾਗ ਹੋਆ ਗੁਰ ਸੰਦ ਮਿਲਾਇਆ। ਪ੍ਰਭ ਅਬਨਾਸੀ ਘਰ ਮੈਂ ਬਾਇਆ ਸੇਵ ਕਰੀ ਭਲ ਚਸਨ ਵਿਛੜਾ। ਜੈ ਨਾਨਕ ਦਾਸ ਤੁਮਾਰੇ ਜੀਓ ਹੋਂ ਕੋਲੀ ਜੀਓ ਘੋਲ ਘੁਮਾਈ। ਜੈ ਨਾਨਕ ਦਾਸ ਤੁਮਾਰੇ ਜੀਓ। ਹੇ ਵਾਹਿਗੁਰੂ, ਚਾਰ ਪਹਿਰ ਚੋ ਜੁਗੈ ਸਮਾਨੇ ਰਹਿਣ ਭਈ ਤਾਂ ਬੰਤ ਨਾ ਜਾਣੇ। ਇੱਕ ਖਿਨ ਵੀ ਆਪਦੇ ਦਰਸ਼ਨਾਂ ਤੋਂ ਬਗੈਰ ਸਾਡਾ ਗੁਜ਼ਾਰਾ ਨਹੀਂ। ਦਿਨ ਦੇ ਚਾਰ ਪਹਿਰ ਚਾਰ ਯੁਗਾਂ ਦੀ ਤਰ੍ਹਾਂ ਲੰਘਦੇ ਨੇ। ਜਦ ਰਾਤ ਪੈ ਜਾਏ ਅਤੇ ਉਹ ਤਾਂ ਪਹਾੜ ਜੱਡੀ ਲੰਬੀ ਹੋ ਜਾਂਦੀ ਆ, ਉਹ ਤਾਂ ਗੁਜ਼ਰਦੀ ਹੀ ਨਹੀਂ। ਫਰੀਦਾ ਰਾਤੀ ਵੱਡੀਆਂ ਧੁੱਖ ਤੋਂ ਉੱਠਣ ਬਾਸ। ਵਿਛੋੜੇ ਵਾਲਿਆਂ ਦੇ ਪਾਸੇ ਧੁੱਖ ਤੋਂ ਖੁੱਟਦੇ ਨੇ। ਮਤਲਬ ਜੇ ਸਿੱਧਾ ਲੇਟੋ ਤਾਂ ਰੀੜ੍ਹ ਦੀ ਹੱਡੀ ਉਹਦੇ 'ਚੋਂ ਸੇਕ ਨਿਕਲਣ ਲੱਗ ਪੈਂਦਾ। ਜੇ ਸੱਜੇ ਪਾਸੇ ਹੋਵੋ ਉਹ ਪਾਸਾ ਸੇਕ ਨਿਕਲਣ ਲੱਗ ਪੈਂਦਾ। ਖੱਬੇ ਪਾਸੇ ਤਾਂ ਖੱਬੇ ਪਾਸੇ ਤੋਂ। ਇਉਂ ਉਸਲ ਵੱਟੇ ਭੰਨੀ ਦੇ ਮਹਾਰਾਜ ਦੇ ਵਿਛੋੜੇ ਦੇ ਵਿੱਚ ਸਾਡਾ ਸਮਾਂ ਨਹੀਂ ਗੁਜ਼ਰਦਾ। ਫਰੀਦਾ ਰਾਤੀ ਵੱਡੀਆਂ ਧੁੱਖ ਤੋਂ ਉੱਠਣ ਬਾਅਦ ਸਾਡੇ ਪਾਸੇ ਧੁੱਖ ਤੋਂ ਫੁੱਟਦੇ ਨੇ, ਸੇਕ ਨਿਕਲਦਾ ਹੈ। ਨਾ ਬਹਿ ਸਕਦੇ ਹਾਂ, ਨਾ ਲੰਮੇ ਪਿਆ ਜਾਂਦਾ ਅਤੇ ਨਾ ਹੀ ਖਲੋਤਾ ਜਾਂਦਾ ਹੈ। ਤੇਗਤ ਨਾ ਦਾ ਜੀਵਿਆ ਜਿਨ੍ਹਾਂ ਵਡਾਣੀ ਆਸ। ਉਹਨਾਂ ਦੀ ਜ਼ਿੰਦਗੀ ਨੂੰ ਫਰੀਦ ਸਾਹਿਬ ਕਹਿੰਦੇ ਤ੍ਰਿਗਾਕਾਰ ਹੈ, ਜਿਨ੍ਹਾਂ ਨੂੰ ਇੱਕ ਪਰਮਾਤਮਾ ਤੋਂ ਬਗੈਰ ਕਿਸੇ ਹੋਰ ਦੂਜੇ ਦੀ ਇੱਛਾ ਹੈ। ਇੱਕ ਵਾਰ ਨਾਮ ਅਭਿਆਸੀ ਵਿਦਿਆਰਥੀ ਸਿੰਘ ਆਪਸ ਦੇ ਵਿੱਚ ਬੈਠ ਕੇ ਇੱਕ ਦੂਜੇ ਨਾਲ ਆਪਣੇ ਸਿਮਰਨ ਦੀਆਂ
ਜੋ ਬਖਸ਼ਿਸ਼ਾਂ ਵਾਹਿਗੁਰੂ ਵੱਲੋਂ ਹੋਈਆਂ ਉਹ ਸਾਂਝੀਆਂ ਕਰ ਰਹੇ ਸਨ ਇੱਕ ਦੂਜੇ ਨਾਲ। ਉੱਥੇ ਸੰਤ ਗੁਰਬਚਨ ਸਿੰਘ ਜੀ ਚਲੇ ਗਏ। ਕਹਿੰਦੇ ਭਾਈ ਕੀ ਵਿਚਾਰਾਂ ਹੋ ਰਹੀਆਂ ਨੇ? ਕਹਿੰਦੇ ਮਹਾਂਪੁਰਖੋ ਤੁਸੀਂ ਵੀ ਕੋਈ ਬਚਨ ਸੁਣਾਓ। ਕਹਿੰਦੇ ਕੈਸਾ ਬਚਨ? ਕਹਿੰਦੇ ਤੁਹਾਡੇ 'ਤੇ ਬੜੀ ਕਿਰਪਾ ਹੈ, ਤੁਸੀਂ ਬੜੀ ਭਜਨ ਬੰਦਗੀ ਕੀਤੀ ਹੈ, ਕੋਈ ਮਹਾਰਾਜ ਸਾਹਿਬ ਦੀ ਕਿਰਪਾ ਦਾ ਬਚਨ ਸੁਣਾਓ। ਕਹਿੰਦੇ ਗੁਰਮੁਖੋ ਇਹ ਬਚਨ ਇੱਕ ਦੂਜੇ ਨਾਲ ਬੋਲ ਕੇ ਸਾਂਝਾ ਨਹੀਂ ਕਰੀਦਾ। ਜਿਹੜੀ ਆਤਮਿਕ ਅਵਸਥਾ ਹੈ ਇਹਨੂੰ ਲੁਕਾ ਕੇ ਰੱਖੀਦਾ ਹੈ। ਕਹਿੰਦੇ ਨਹੀਂ ਬਾਬਾ ਜੀ ਕੁਝ ਨਾ ਕੁਝ ਤਾਂ ਦੱਸੋ। ਕਹਿੰਦੇ ਮਹਾਰਾਜ ਸਾਹਿਬ ਬੜੇ ਦਿਆਲੂ ਅਤੇ ਕਿਰਪਾਲੂ ਹਨ। ਜਦ ਅਸੀਂ ਚਮਕੌਰ ਸਾਹਿਬ ਵਿਖੇ ਸਤਿਗੁਰੂ ਕਲਗੀਧਰ ਮਹਾਰਾਜ ਦੇ ਦਰਸ਼ਨਾਂ ਦੀ ਇੱਛਾ ਨੂੰ ਮੁੱਖ ਰੱਖਦਿਆਂ 40 ਦਿਨ ਦੇ ਹਿਸਾਬ ਨਾਲ 1.25 ਲੱਖ ਮੂਲ ਮੰਤਰ ਦਾ ਜਾਪ ਕੀਤਾ। ਜਿਹੜੀ ਬੋਲੀ ਸਾਹਿਬ ਹੈ ਉਹਦੇ ਵਿੱਚ ਖੜ੍ਹੇ ਹੋ ਕੇ, ਬੋਲੀ ਸਾਹਿਬ ਦੇ ਵਿੱਚ ਖੜ੍ਹੇ ਹੋ ਕੇ 40 ਦਿਨ ਮੂਲ ਮੰਤਰ ਦਾ ਜਾਪ ਜਪਿਆ। 1.25 ਲੱਖ ਮੂਲ ਮੰਤਰ ਦਾ ਜਿਸ ਦਿਨ ਭੋਗ ਪਿਆ ਤਾਂ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪ੍ਰਗਟ ਹੋਏ। ਕੀ ਵੇਖਿਆ ਕਿ ਗੁਰੂ ਸਾਹਿਬ ਜੀ ਦਾ ਜੁੱਸਾ ਇੰਨਾ ਤਗੜਾ ਹੈ, ਇੰਨਾ ਮਹਾਰਾਜ ਦਾ ਸਰੀਰ ਵਿਸ਼ਾਲ ਹੈ ਕਿ ਜਿਹੜੇ 40 ਮੁਕਤੇ ਚਮਕੌਰ ਦੀ ਜੰਗ ਲੜਦਿਆਂ ਸ਼ਹੀਦੀ ਪ੍ਰਾਪਤ ਕਰ ਗਏ ਉਹ 40 ਦੇ 40 ਗੁਰੂ ਸਾਹਿਬ ਨੇ ਆਪਣੀ ਗਲਵੱਕੜੀ ਵਿੱਚ ਲਏ ਹੋਏ ਨੇ, ਆਪਣੀ ਜੱਫੀ ਦੇ ਵਿੱਚ ਲਏ ਹੋਏ ਨੇ। ਇਸ ਤਰ੍ਹਾਂ ਜਦ ਮਹਾਰਾਜ ਦੇ ਦਰਸ਼ਨ ਹੋਏ ਮੈਂ ਵੇਖਦਾ ਰਿਹਾ। ਸਤਿਗੁਰੂ ਜੀ ਨੇ ਅੱਖਾਂ ਦਾ ਇਸ਼ਾਰਾ ਕੀਤਾ ਵੀ ਆ ਜਾ, ਤੂੰ ਵੀ ਆ ਜਾ। ਕਹਿੰਦੇ ਮੈਂ ਵੀ ਚਲਾ ਗਿਆ ਅਤੇ ਉਹਨਾਂ 40 ਮੁਕਤਿਆਂ ਦੇ ਨਾਲ ਮੈਂ ਵੀ ਲੱਗ ਗਿਆ। ਗੁਰੂ ਸਾਹਿਬ ਨੇ ਜਦ ਮੈਨੂੰ ਵੀ ਗਲਵੱਕੜੀ ਵਿੱਚ ਲਿਆ ਅਤੇ ਮਹਾਰਾਜ ਜੀ ਦੇ ਥੋੜ੍ਹੇ ਥੋੜ੍ਹੇ ਪੋਟੇ ਮੇਰੇ ਪੇਟ ਨੂੰ ਲੱਗੇ। ਪੂਰੀ ਗਲਵੱਕੜੀ 'ਚ ਨਹੀਂ ਲਿਆ ਗਿਆ, ਥੋੜ੍ਹੇ ਜਿਹੇ ਪੋਟੇ, ਅਤੇ ਮੈਂ ਗਲਵੱਕੜੀ 'ਚ ਆ ਤਾਂ ਗਿਆ। ਜਦ ਮਹਾਰਾਜ ਦੇ ਪੋਟੇ ਲੱਗੇ ਅਤੇ ਗੁਰੂ ਸਾਹਿਬ ਦੇ ਕਰ ਕਮਲ ਸਰੀਰ ਨੂੰ ਛੂੰਹਦਿਆਂ ਸਾਰ ਮੇਰੀ ਵਿਸਮਾਦ ਅਵਸਥਾ ਆ ਗਈ। ਮੈਨੂੰ ਦੀਨ ਦੁਨੀਆ ਸਭ ਭੁੱਲ ਗਈ, ਬਿਰਤੀ ਮਸਤਾਨੀ ਹੋ ਗਈ। ਕੁਛ ਪਤਾ ਨਹੀਂ ਚੱਲਿਆ ਕਿ ਮੈਂ ਕੌਣ ਹਾਂ, ਕਿੱਥੇ ਹਾਂ, ਦੇਸ਼ ਕਾਲ ਸਭ ਕੁਛ ਭੁੱਲ ਗਿਆ ਅਤੇ ਮੈਂ ਉੱਥੋਂ ਤੁਰ ਪਿਆ। ਮਸਤਾਨੀ ਬਿਰਤੀ ਦੇ ਵਿੱਚ ਤੁਰਿਆ ਗਿਆ, ਤੁਰਿਆ ਗਿਆ। ਕੀਰਤਪੁਰ ਸਾਹਿਬ ਆ ਗਿਆ। ਕੀਰਤਪੁਰ ਸਾਹਿਬ ਦੀਆਂ ਪਹਾੜੀਆਂ ਨੂੰ ਚੜ੍ਹ ਗਿਆ, ਤੁਰਿਆ ਹੀ ਗਿਆ। ਜਦ ਕਾਫੀ ਸਫ਼ਰ ਤੈਅ ਕੀਤਾ ਤਾਂ ਪਹਾੜੀ ਦੇ ਵਿੱਚ ਇੱਕ ਗੁਫਾ ਨਜ਼ਰ ਆਈ। ਮੈਂ ਗੁਫਾ ਦੇ ਅੰਦਰ ਵੜ ਗਿਆ। ਉਹ ਗੁਫਾ ਵੀ ਕਾਫੀ ਲੰਬੀ ਸੀਗੀ, ਉਹਦੇ ਵਿੱਚ ਵੀ ਮੈਂ ਕਿੰਨਾ ਰਸਤਾ ਤੁਰਿਆ ਗਿਆ, ਤੁਰਿਆ ਗਿਆ। ਅੱਗੇ ਉਹਦਾ ਐਂਡ ਆ ਗਿਆ। ਉੱਥੇ ਸਰੋਵਰ ਵਰਗਾ ਬਹੁਤ ਜ਼ਿਆਦਾ ਜਲ ਇਕੱਤਰ ਹੋਇਆ ਸੀ ਅਤੇ ਥੰਮੇ ਥੰਮੇ ਜੱਡੇ ਜਵਾਨ ਜਿਸ ਤਰ੍ਹਾਂ ਕਿਸੇ ਹੋਰ ਲੋਕ ਦੇ ਬੰਦੇ ਹੋਣ। ਮਾਤ ਲੋਕ ਦੇ ਤਾਂ ਮਧਰੇ ਨੇ, ਪਰ ਉਹ ਇਸ ਤਰ੍ਹਾਂ ਦੇ ਜਵਾਨ ਸਰੀਰ ਮੈਂ ਵੇਖੇ, ਬੜੇ ਬੜੇ ਕੱਦਾਵਰ, ਬੜੇ ਤਾਕਤ ਵਾਲੇ, ਬੜੇ ਸੋਹਣੇ ਸੁਨੱਖੇ, ਬੜਾ ਉਹਨਾਂ ਦਾ ਜਾਹੋ ਜਲਾਲ, ਪ੍ਰਕਾਸ਼ ਹੀ ਪ੍ਰਕਾਸ਼, ਉੱਚੇ ਉੱਚੇ, ਲੰਮੇ ਲੰਮੇ। ਅਤੇ ਮੈਂ ਉਹਨਾਂ ਨੂੰ ਫਤਿਹ ਬੁਲਾਈ। ਦਰਸ਼ਨ ਕਰਕੇ ਕਹਿੰਦੇ ਆਓ ਜੀ ਸੰਤ ਜੀ ਮਹਾਰਾਜ, ਜੀਓ ਆਇਆਂ ਨੂੰ, ਆਓ ਬੈਠੋ। ਕਹਿੰਦੇ ਮੈਂ ਕਿਹਾ ਵੀ ਇਹ ਕਿਹੜੀ ਜਗ੍ਹਾ ਹੈ? ਕਹਿੰਦੇ ਜਗ੍ਹਾ ਕਿਹੜੀ ਹੈ? ਸੱਚਖੰਡ ਤੁਸੀਂ ਪਹੁੰਚ ਗਏ ਹੋ? ਕਹਿੰਦੇ ਹੈਂ? ਕਹਿੰਦੇ ਆਓ ਵੇਖੋ ਸੱਚਖੰਡ ਦਾ ਦਰਵਾਜ਼ਾ ਹੈ। ਉਹ ਸੱਚਖੰਡ ਦਾ ਦਰਵਾਜ਼ਾ ਹੈ।
ਆ ਬਾਬਾ ਤਾਰੂ ਸਿੰਘ, ਆਓ ਭਾਈ ਮਣੀ ਸਿੰਘ, ਤੁਸੀਂ ਪਹਿਚਾਣਦੇ ਨਹੀਂ, ਆਪਣੀ ਸਿੰਘਾਂ ਨੂੰ ਨਹੀਂ ਪਹਿਚਾਣਦੇ। ਆਓ ਬਾਬਾ ਦੀਪ ਸਿੰਘ ਸਾਹਿਬ ਹੈ ਜਿਹੜੇ ਬਿਨਾਂ ਸੀਸ ਤੋਂ ਲੜੇ। ਇਹ ਸਾਰੀਆਂ ਪਵਿੱਤਰ ਸ਼ਹੀਦੀ ਰੂਹਾਂ ਉਹ ਅਗੰਮੀ ਸਰੀਰ ਦੇ ਵਿੱਚ ਉੱਥੇ ਬਿਰਾਜਮਾਨ, ਅਤੇ ਸਾਰੇ ਪਾਣੀ ਦੇ ਕੰਢੇ ਤਪ ਕਰ ਰਹੇ ਸੀ, ਗੁਰਬਾਣੀ ਦਾ ਪਾਠ ਕਰ ਰਹੇ ਸਨ। ਬੜਾ ਸੁਖਾਵਾਂ ਮਾਹੌਲ ਸੀ, ਸੋਹਣਾ ਵਾਤਾਵਰਨ ਸੀ। ਮਹਾਂਪੁਰ ਕਹਿੰਦੇ ਵੀ ਤੁਸੀਂ ਤਾਂ ਸ਼ਹੀਦ ਹੋ ਗਏ ਹੋ। ਬਾਬਾ ਤਾਰੂ ਸਿੰਘ, ਭਾਈ ਮਨੀ ਸਿੰਘ, ਅਸੀਂ ਕਥਾ ਕਰਦੇ ਰਹੇ ਹਾਂ ਵੀ ਉਹ ਸਾਰੇ ਸ਼ਹੀਦ ਹੋ ਗਏ ਨੇ, ਅਤੇ ਜਿਹੜਾ ਸ਼ਹੀਦ ਹੋ ਜਾਏ ਉਹ ਸੱਚਖੰਡ ਪਹੁੰਚ ਜਾਂਦਾ। ਕਹਿੰਦੇ ਸੱਚਖੰਡ ਹੀ ਤਾਂ ਪਹੁੰਚੇ ਆ। ਕਹਿੰਦੇ ਅੰਦਰ ਕਿਉਂ ਨਹੀਂ ਗਏ? ਕਹਿੰਦੇ ਗੇਟ 'ਤੇ ਪਹਿਰਾ ਲੱਗਾ ਹੋਇਆ ਹੈ। ਜਦ ਵੀ ਕਿਸੇ ਪਵਿੱਤਰ ਆਤਮਾ ਨੂੰ ਸੱਚਖੰਡ ਦੇ ਵਿੱਚ ਪ੍ਰਵੇਸ਼ ਕਰਵਾਇਆ ਜਾਂਦਾ ਤਾਂ ਪਹਿਲਾਂ ਨੂੰ ਪੁੱਛਿਆ ਜਾਂਦਾ, ਹਾਂ ਬਈ ਦੱਸੋ ਕਿਵੇਂ ਆਉਣੇ ਹੋਏ? ਸੱਚ ਮੁੱਚੀ ਤੁਸੀਂ ਸੱਚਖੰਡ ਜਾਣਾ ਚਾਹੁੰਦੇ ਹੋ? ਜੇ ਤਾਂ ਤੁਹਾਡਾ ਮਨ ਪ੍ਰਸੰਨ ਹੋ ਗਿਆ, ਬਾਣੀ ਪੜ੍ਹ ਕੇ ਰੱਜ ਗਏ ਹੋ, ਸੇਵਾ ਸਿਮਰਨ ਕਰਕੇ ਪ੍ਰਸੰਨ ਹੋ ਗਏ ਹੋ, ਕੋਈ ਮਨ ਦੀ ਇੱਛਾ ਨਹੀਂ, ਫਿਰ ਤਾਂ ਆ ਜਾਓ। ਕਿਉਂਕਿ ਇੱਕ ਵਾਰ ਸੱਚਖੰਡ ਦੇ ਵਿੱਚ ਪਹੁੰਚ ਗਏ ਅਤੇ ਬਾਅਦ ਦੇ ਵਿੱਚ ਸਭ ਇੱਛਾ ਅਭਾਵ, ਫਿਰ ਆਮਣ ਜਾਣ ਰਹੇ ਹੋ। ਜੰਮ ਕੇ ਆਉਣਾ ਅਤੇ ਮਰ ਕੇ ਜਾਣਾ ਹੀ ਰਹਿ ਜਾਂਦਾ। ਤਪਤ ਕੜਾ ਹੈ ਬੁਝ ਗਇਓ, ਗੁਰ ਸੀਤਲ ਨਾਮ ਦਿਓ। ਅਤੇ ਜੇ ਕੋਈ ਕਹੇ ਵੀ ਮੇਰੇ ਮਨ ਦੀ ਕੋਈ ਇੱਛਾ ਹੈ, ਭਾਵ ਮੈਂ ਤਾਂ ਪਹਿਲਾਂ ਹੀ ਫੜਿਆ ਗਿਆ, ਅੱਜ ਤਾਂ ਮੈਂ ਆਹ ਕੰਮ ਕਰਨਾ ਸੀਗਾ, ਟੌਟਾ ਨੇ ਟੌਟੀ ਕਰਤੀ। ਹਰ ਭਗਤ ਨਿਰੰਜਨੀਏ ਜੰਡਿਆਲੇ ਵਾਲੇ ਨੇ 25 ਸਾਲ ਦੀ ਉਮਰ 'ਚ ਹੀ ਫੜਾਤਾ ਬਾਬਾ ਤਾਰੂ ਸੋਂ। ਅਜੇ ਤਾਂ ਮੈਂ ਹੋਰ ਸੇਵਾ ਕਰਨੀ ਹੈ, ਸਿੱਖ ਪੰਥ ਦਾ ਝੰਡਾ ਚਲਾਉਣਾ ਹੈ, ਖਾਲਸਾ ਰਾਜ ਕਾਇਮ ਕਰਨਾ। ਮਹਾਰਾਜ ਵੀ ਸੱਚਖੰਡ ਦੇ ਵਿੱਚ ਅਜੇ ਤਾਂ ਮਨ ਦੀ ਇੱਛਾ ਹੈ। ਫਿਰ ਕਹਿੰਦੇ ਚੰਗਾ, ਫਿਰ ਇੱਥੇ ਪਾਣੀ ਕੰਢੇ ਬਹਿ ਕੇ ਤਪ ਕਰੀ ਜਾਓ। ਇਹ ਸਾਰੇ ਜਿੰਨੇ ਵੀ ਸ਼ਹੀਦ ਨੇ ਇਹ ਖਾਲਸਾ ਰਾਜ ਸਥਾਪਿਤ ਕਰਨਾ ਚਾਹੁੰਦੇ ਨੇ। ਖਾਲਸਾਈ ਨਿਸ਼ਾਨ ਸਾਹਿਬ ਹਮੇਸ਼ਾ ਝੂਲਦਾ ਰਹੇ, ਇਸ ਵਾਸਤੇ ਇਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ। ਸਾਡੇ ਸਾਰਿਆਂ ਦੇ ਮਨ ਦੀ ਤਮੰਨਾ ਹੈ ਕਿ ਆਪਾਂ ਜੋ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਉਹ ਸੰਪੂਰਨ ਕਰਨਾ ਹੈ। ਜੋ ਕਰਨੀਨਾਮਾ ਅਤੇ ਨਸੀਹਤਨਾਮਾ ਰੁਕਣ ਦੀਨ ਕਾਜੀ ਮੱਕੇ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਮਿਲਿਆ, ਉਹਦੇ ਨਾਲ ਚਰਚਾ ਕਰਦੇ ਆ, ਸਾਹਿਬਾਂ ਨੇ ਉਚਾਰਿਆ ਔਰ ਉਹਦੇ ਵਿੱਚ ਪੰਕਤੀਆਂ ਲਿਖੀਆਂ, ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਏ, ਕੁਆਰ ਹੋਏ ਸਾ ਮਿਲਣਗੇ ਬਚੇ ਸ਼ਰਨ ਜੋ ਹੋਏ। ਉਹ ਬਚਨ ਆਪਾਂ ਪੂਰਾ ਕਰਨਾ ਹੈ ਅਤੇ ਪੂਰਾ ਹੋਣ ਵਾਲਾ ਹੈ। 2 ਵਰਲਡ ਵਾਰਾਂ ਹੋ ਚੁੱਕੀਆਂ ਨੇ, ਤੀਸਰੀ ਵਰਲਡ ਵਾਰ ਦੇ ਮੌਕੇ 2 ਹਿੱਸੇ ਦੁਨੀਆ ਖਤਮ ਹੋ ਜਾਏਗੀ, ਇੱਕ ਹਿੱਸਾ ਬਚੇਗੀ। ਖਾਲਸਾ ਜਿਹੜੀ ਫੌਜ ਹੈ ਰੋਪੜ ਦੇ ਆਸ-ਪਾਸ ਤੋਂ ਚੜ੍ਹ ਕੇ ਪਾਣੀਪਤ ਦੇ ਨਜ਼ਦੀਕ ਘਮਸਾਣ ਦਾ ਯੁੱਧ ਮਚਾਏਗੀ, ਜਿਹਦੇ ਵਿੱਚ ਦੁਨੀਆ ਦੀਆਂ ਫੌਜਾਂ ਅਤੇ ਖਾਲਸਾਈ ਫੌਜ ਜਿਸ ਵਕਤ ਤੀਸਰੀ ਵਰਲਡ ਵਾਰ ਦੇ ਵਿੱਚ ਆਮੋ ਸਾਹਮਣੇ ਹੋਏਗੀ, ਖਾਲਸੇ ਦੀ ਜਿੱਤ ਹੋਏਗੀ। ਉਸ ਫੌਜ ਦੇ ਵਿੱਚ ਆਪਾਂ ਸ਼ਾਮਲ ਹੋ ਕੇ ਅਤੇ ਖਾਲਸਾ ਰਾਜ ਕਾਇਮ ਕਰਾਂਗੇ। ਫਿਰ ਅਸੀਂ ਸੱਚਖੰਡ ਦੇ ਵਿੱਚ ਪ੍ਰਵੇਸ਼ ਕਰਾਂਗੇ। ਇਹ ਅਗੰਮੀ ਭਜਨ ਮਹਾਂਪੁਰਖਾਂ ਸੁਣਾਏ, ਕਿਸੇ ਸਿੰਘ ਨੇ ਲਿਖ ਲਏ। ਉਸੇ ਵਕਤ ਉਹਨਾਂ ਫੜ ਕੇ ਉਹ ਕਾਗਜ਼ ਪਾੜਤਾ ਵੀ ਇਹ ਜਿਹੜੇ ਬਚਨ ਨੇ ਇਹ ਲਿਖੀ ਦੇ ਨਹੀਂ ਹਨ, ਇਹ ਅਗੰਮੀ ਬਚਨ ਹਨ। ਸੋ ਮੈਂ ਦਰਸ਼ਨਾਂ ਦੇ ਪ੍ਰਕਰਨ ਦੇ ਵਿੱਚ ਆਪ ਨਾਲ ਵਿਚਾਰ ਸਾਂਝੇ ਕਰ ਰਿਹਾ ਸੀ। ਇਹ ਤਾਂ ਮਹਾਰਾਜ ਦੀ ਕੁਦਰਤ ਹੈ, ਜੋ ਕੁਛ ਹੋਣਾ ਹੈ ਇਹ ਉਹਨੂੰ ਹੀ ਪਤਾ ਹੈ। ਇਹ ਨਹੀਂ ਵੀ ਮੈਂ ਸੱਚ ਬੋਲ ਰਿਹਾ, ਇਹ ਤਾਂ ਸੁਣੀ ਸੁਣਾਈ ਕਈ ਕੁਆਈ ਹੋਈ ਗੱਲ ਹੈ। ਕੀ ਕਰਨਾ ਕੀ ਨਹੀਂ ਕਰਨਾ ਇਹ ਮੇਰੇ ਰੱਬ ਦੇ ਹੱਥ ਹੈ।
ਪਰ ਉਸ ਰੱਬ ਦੀ ਕੀਤੀ ਨੂੰ ਕੋਈ ਅੱਜ ਤੱਕ ਜਾਣ ਨਹੀਂ ਸਕਿਆ ਅਤੇ ਕੋਈ ਕੁਛ ਦਾਅਵਾ ਨਹੀਂ ਕਰ ਸਕਦਾ, ਕਿਉਂਕਿ ਗੁਰਬਾਣੀ ਵਿੱਚ ਲਿਖਿਆ ਹੋਇਆ ਜਾਨੀ ਨਾ ਜਾਈ ਤਾਂ ਕੀ ਗਾਤ। ਉਹਦੀ ਜਿਹੜੀ ਗਾਤ ਹੈ, ਉਹਦੀ ਅਵਸਥਾ ਹੈ, ਉਹ ਜਾਣੀ ਨਹੀਂ ਜਾਂਦੀ। ਉਹ ਮਹਾਰਾਜ ਆਪ ਦੇ ਭਾਣੇ ਮੁਤਾਬਕ, ਆਪ ਦੀ ਮਰਜ਼ੀ ਮੁਤਾਬਕ ਵਰਤਦਾ ਹੈ। ਜਿਸ ਤਰ੍ਹਾਂ ਉਹਦੀ ਸਲਾਹ ਹੁੰਦੀ ਹੈ, ਬੇਵਜ਼ੀਰ, ਉਹਦਾ ਕੋਈ ਵਜ਼ੀਰ ਨਹੀਂ ਹੈ, ਕੋਈ ਸਲਾਹਕਾਰ ਨਹੀਂ, ਆਪ ਦੇ ਭਾਣੇ ਵਿੱਚ ਉਹ ਕਾਰਜ ਕਰਦਾ ਹੈ। ਬੇਵਜ਼ੀਰ ਵੱਡੇ ਧੀਰ ਧਰਮ ਅੰਗ ਅਲਖ ਅਗੰਮ ਖੇਲ ਕੀ ਆਪਣੇ ਉਤਸ਼ਾਹੀ ਜੀਓ। ਸੋ ਮਹਾਂਪੁਰਖਾਂ ਨੂੰ ਚਮਕੌਰ ਸਾਹਿਬ 1.25 ਲੱਖ ਮੂਲ ਮੰਤਰ ਦਾ ਸਿਮਰਨ ਕਰਨ ਤੋਂ ਉਪਰੰਤ ਬੌਲੀ ਸਾਹਿਬ ਦੇ ਅੰਦਰ ਕਲਗੀਧਰ ਮਹਾਰਾਜ ਦੇ 40 ਮੁਕਤੀਆਂ ਸਮੇਤ ਦਰਸ਼ਨ ਦਿਦਾਰੇ ਹੋਏ। ਇੱਕ ਵਾਰ ਗੁਰਦੁਆਰਾ ਭੱਠਾ ਸਾਹਿਬ ਅੰਮ੍ਰਿਤ ਵੇਲੇ ਕਹਿੰਦੇ ਮੈਂ ਦਾਤਨ ਕਰ ਰਿਹਾ ਸੀ, ਅਜੇ ਇਸ਼ਨਾਨ ਵੀ ਨਹੀਂ ਸੀ ਕੀਤਾ, ਅਤੇ ਮਹਾਰਾਜ ਨੇ ਪਿੱਛੋਂ ਤੋਂ ਆ ਕੇ ਗਲਵੱਕੜੀ ਪਾ ਲਈ। ਮੈਂ ਭੌਂ ਕੇ ਵੇਖਣ ਲੱਗਾ ਅਤੇ ਉੱਧਰ ਦੀ ਘੁੰਮ ਗਏ। ਕਿੰਨਾ ਕੋਸ਼ਿਸ਼ ਕੀਤੀ, ਜਿਸ ਤਰ੍ਹਾਂ ਬੱਚੇ ਨਾਲ ਉਹਦਾ ਪਿਤਾ ਚੋਜ ਕਰਦਾ ਹੈ, ਇਉਂ ਪਿਛਲੇ ਪਾਸਿਓਂ ਫੜ ਲਿਆ। ਜਦ ਮੈਨੂੰ ਮਹਿਸੂਸ ਹੋਇਆ ਕਿ ਤਾਂ ਗੁਰੂ ਸਾਹਿਬ ਜੀ ਹਨ, ਮੈਂ ਕਿਹਾ ਮਹਾਰਾਜ ਮੈਨੂੰ ਛੱਡ ਦਿਓ, ਮੈਂ ਤਾਂ ਅਜੇ ਦਾਤਨ ਗੁਰਲਾ ਕਰਨਾ, ਅਤੇ ਅਜੇ ਤਾਂ ਮੈਂ ਜੰਗਲ ਮੈਦਾਨ ਜਾ ਕੇ ਇਸ਼ਨਾਨ ਵੀ ਕਰਨਾ ਹੈ। ਮੈਂ ਤਾਂ ਸੁੱਤਾ ਹੀ ਉੱਠਿਆ, ਮੇਰਾ ਸਰੀਰ ਅਪਵਿੱਤਰ ਹੈ, ਆਪ ਮੈਨੂੰ ਛੱਡ ਦਿਓ ਜੀ। ਗੁਰੂ ਸਾਹਿਬ ਦੇ ਦਰਸ਼ਨ ਨਹਾ ਧੋ ਕੇ ਕਰ ਰਹੇ ਹਨ। ਇਹ ਮਹਾਰਾਜ ਦੀ ਉੱਚੀ ਸੁੱਚੀ ਮਰਜ਼ਾਦਾ, ਸੱਚੇ ਪਾਤਸ਼ਾਹ ਦੀ ਇੰਨੀ ਕਿਰਪਾ ਵੇਖੋ, ਬਿਨਾਂ ਹੀ ਨਹਾਉਣ ਤੋਂ ਮਹਾਰਾਜ ਨੇ ਦਿਖਾਲੀ ਦਿੱਤੀ। ਹੋਰ ਵੀ ਕਈ ਵਾਰ ਬਖਸ਼ਿਸ਼ ਹੋਈ। ਇਹ ਸਾਰੀਆਂ ਘਟਨਾਵਾਂ ਉਹਨਾਂ ਦੇ ਜੀਵਨ ਦੇ ਵਿੱਚ, ਜੋ ਦਮਦਮੀ ਟਕਸਾਲ ਵੱਲੋਂ ਗਿਆਨ ਕਰਨਾ ਪੁਸਤਕ ਛਪੀ, ਹੋਰ ਪੁਸਤਕਾਂ ਉਹਨਾਂ ਦੇ ਵਿੱਚ ਦਰਜ ਹਨ। ਸੋ ਇਸ ਲਈ ਇਹ ਗੁਰਸਿੱਖਾਂ ਦਾ ਵਾਹਿਗੁਰੂ ਦੇ ਨਾਲ ਪਿਆਰ ਹੈ। ਸਰਵਣ ਕਰੋ ਜੀ। ਮਾਈ ਮੇਰੇ ਮਨ ਕੀ ਪਿਆਸ, ਹੇ ਮਾਈ, ਹੇ ਮਾਤਾ ਪਿਤਾ ਰੂਪ ਸੰਤ ਜਨੋ, ਮੇਰੇ ਮਨ ਚਿੱਤ ਵਿੱਚ ਪਰਮੇਸ਼ਰ ਦੇ ਦਰਸ਼ਨਾਂ ਦੀ ਪਿਆਸ ਤੇਰੇ ਲੱਗੀ ਹੋਈ ਹੈ। ਇਹ ਮਾਇਆਪਤੀ ਪਰਮੇਸ਼ਰ, ਆਪ ਜੀ ਦੇ ਮਿਲਣ ਦੀ, ਦਰਸ਼ਨਾਂ ਦੀ ਮੇਰੇ ਮਨ ਵਿੱਚ ਤੇਰੇ ਇੱਛਾ ਲੱਗੀ ਹੋਈ ਹੈ। ਇੱਕ ਖਿਨ ਰਹਿ ਨਾ ਸਕਾਓ ਬਿਨ ਪ੍ਰੀਤਮ, ਇਹ ਪ੍ਰੀਤਮ ਪਿਆਰੇ ਪਰਮੇਸ਼ਰ ਜੀ, ਆਪ ਜੀ ਦੇ ਦਰਸ਼ਨ ਦਿਦਾਰੇ ਕਰਨ ਤੋਂ ਬਿਨਾਂ ਮੈਂ ਕਿਛਨ ਮਾਤਰ ਵੀ ਨਹੀਂ ਰਹਿ ਸਕਦਾ ਹਾਂ। ਦਰਸ਼ਨ ਦੇਖਣ ਕਾ ਧਾਰੀ ਮਨ ਆਸ, ਕਿਉਂਕਿ ਆਪ ਜੀ ਦੇ ਦਰਸ਼ਨ ਦਿਦਾਰੇ ਵੇਖਣ ਵਾਸਤੇ ਮੈਂ ਹਿਰਦੇ ਵਿੱਚ ਆਸ਼ਾ ਧਾਰਨ ਕੀਤੀ ਹੋਈ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਹਨ, ਸਿਮਰੋ ਨਾਮ ਨਿਰੰਜਨ ਕਰਤੇ। ਇਹ ਸ਼ੁੱਧ ਸਰੂਪ ਕਰਤਾ ਪੁਰਖ ਪਰਮੇਸ਼ਰ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਹਰ ਵਕਤ ਸਿਮਰਦੇ ਰਹਿੰਦੇ ਹਾਂ। ਮਨ ਤਾਨ ਤੇ ਸਭ ਕਿਲ ਵਿਖ ਨਾਸ, ਇਸ ਕਰਕੇ ਮੇਰੇ ਮਨ ਤਨ ਤੋਂ ਸਾਰੇ ਪਾਪ ਨਸ਼ਟ ਹੋ ਜਾਣ ਜਾਂ ਨਾਸ਼ ਹੋ ਗਏ ਹਨ। ਨਾਮ ਦੇ ਨਾਲ ਹੀ ਪਾਪ ਧੋਤੇ ਜਾਂਦੇ ਨੇ। ਸੈਨੀਟਾਈਜ਼ਰ ਹੈ, ਕਹਿੰਦੇ ਵੀ ਇਹਦੇ ਨਾਲ ਵਾਇਰਸ ਖਤਮ ਹੋ ਜਾਂਦਾ ਹੈ। ਇਸ ਲਈ ਹੱਥਾਂ ਨੂੰ, ਕੱਪੜਿਆਂ ਨੂੰ ਕਹਿੰਦੇ ਸੈਨੀਟਾਈਜ਼ ਕਰੋ। ਵਾਹਿਗੁਰੂ ਦੇ ਨਾਮ ਤੋਂ ਬਗੈਰ ਹੋਰ ਕਿਹੜਾ ਸੈਨੀਟਾਈਜ਼ਰ ਜਿਹੜਾ ਪਾਪਾਂ ਦੀ ਮੈਲ ਨੂੰ ਧੋਣ ਦੇ ਸਮਰੱਥ ਹੈ। ਇਹ ਜਿਹੜਾ ਪਾਪਾਂ ਦਾ ਵਾਇਰਸ ਹੈ, ਇਹਨੂੰ ਨਾਮ ਦੇ ਸੈਨੀਟਾਈਜ਼ ਦੇ ਨਾਲ ਖਤਮ ਕਰ ਸਕਦੇ ਹਾਂ। ਕਹਿੰਦੇ ਮੁਗਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਮੈ ਕੈ ਰੰਗ। ਮਹਾਰਾਜ ਦੇ ਨਾਮ ਦੇ ਪ੍ਰੇਮ ਦੇ ਨਾਲ ਜਿਹੜੇ ਪਾਪ ਨੇ ਉਹਨਾਂ ਦੀ ਮੈਲ ਧੋਤੀ ਜਾ ਸਕਦੀ ਹੈ। ਪੂਰਨ ਪਾਰ ਬ੍ਰਹਮ ਸੁਖ ਦਾਤੇ, ਇਹ ਸਾਰਿਆਂ ਦੇ ਪੇਟਾਂ ਨੂੰ ਭਰਨ ਵਾਲੇ, ਪਾਪਾਂ ਦੇ ਪੁੰਨਾਂ ਤੋਂ ਬਰੇ,
हे व्यापक सुखां दी दाते परमेश्वर जी। अविनाशी बिमल जाको जास। ਆਪ ਜੀ ਸਦਾ ਨਾਸ਼ ਤੋਂ ਰਹਿਤ ਹੋ, ਜਿਸ ਕਰਕੇ ਆਪ ਜੀ ਦਾ ਲੋਕ ਪਰਲੋਕ ਦੇ ਵਿੱਚ ਉਜਲ ਜਸ ਹੋ ਰਿਹਾ ਹੈ। ਅਬਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲਕ ਹੋਈ। ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ। शांत प्रसाद मेरे पूर मनोरथ। ਸ਼ਾਂਤ ਆਤਮਾ ਵਾਲੇ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਕਰਕੇ ਮੇਰੇ ਮਨ ਦੇ ਸਾਰੇ ਮਨੋਰਥ ਸੰਕਲਪ ਵਿਕਲਪ ਇਹ ਪੂਰੇ ਹੋ ਗਏ ਹਨ। ਕਰ ਕਿਰਪਾ ਭੇਟੇ ਗੁਣਤਾਸ। ਇਹ ਗੁਣਾਂ ਦੇ ਖਜ਼ਾਨੇ ਪਰਮੇਸ਼ਰ ਜੀ, ਤੁਸੀਂ ਆਪ ਹੀ ਕਿਰਪਾ ਦਇਆ ਕਰਕੇ ਮੈਨੂੰ ਸਤਿਗੁਰੂ ਰੂਪ ਮਿਲੇ ਹੋ। ਇਸੇ ਪ੍ਰਕਾਰ ਕਰ ਕਿਰਪਾ ਭੇਟੇ ਗੁਣਤਾਸ। ਇਹ ਗੁਣਾਂ ਦੇ ਖਜ਼ਾਨੇ ਪਰਮੇਸ਼ਰ ਜੀ, ਸੰਤ ਪ੍ਰਸਾਦ ਮੇਰੇ ਪੂਰ ਮਨੋਰਥ। ਸਤਿਗੁਰਾਂ ਦੀ ਸੰਤ ਨਾਮ ਹੈ ਸਤਿਗੁਰਾਂ ਦਾ। ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਕਰਕੇ ਮੇਰੇ ਮਨ ਦੇ ਸਾਰੇ ਸੰਕਲਪ ਪੂਰੇ ਹੋ ਗਏ, ਪਰ ਉਹਨਾਂ ਗੁਰਾਂ ਦੀ ਦਇਆ ਦ੍ਰਿਸ਼ਟੀ ਕਰਕੇ ਹੀ ਤੁਸੀਂ ਮੈਨੂੰ ਮਿਲੇ ਹੋ। ਸ਼ਾਂਤ ਤੇ ਸਹਿਜ ਸੁਖ ਮਨ ਉਪਜਿਓ। ਇਹ ਪਰਮੇਸ਼ਰ ਜੀ, ਆਪ ਜੀ ਦੀ ਕਿਰਪਾ ਕਰਕੇ ਸਹਿਜ ਗਿਆਨ ਦੁਆਰਾ ਆਤਮਿਕ ਸ਼ਾਂਤੀ ਦਾ ਸੁੱਖ ਹੁਣ ਮੇਰੇ ਮਨ ਦੇ ਵਿੱਚ ਪ੍ਰਗਟ ਹੋ ਗਿਆ ਹੈ। ਕੋਟ ਸੂਰ ਨਾਨਕ ਪਰਗਾਸ। ਜਿਸ ਗਿਆਨ ਦਾ ਹਿਰਦੇ ਵਿੱਚ ਕਰੋੜਾਂ ਸੂਰਜਾਂ ਵਰਗਾ ਪ੍ਰਕਾਸ਼ ਹੋ ਰਿਹਾ ਹੈ। ਜਾਂ ਮਹਾਰਾਜ ਕਹਿੰਦੇ ਨੇ ਸ਼ਾਂਤ ਸਹਿਜ ਸੁਖ ਮਨ ਉਪਜਿਓ। ਸਾਰੀਆਂ ਵਾਸ਼ਨਾਵਾਂ ਮਿਟ ਕੇ ਮਨ ਠੰਡਾ ਹੋ ਗਿਆ, ਔਰ ਗਿਆਨ ਦੀ ਪ੍ਰਾਪਤੀ ਹੋ ਗਈ ਹੈ। ਗਿਆਨ ਦੀ ਪ੍ਰਾਪਤੀ ਕਰਕੇ ਮਨ ਦੇ ਵਿੱਚ ਆਪ ਜੀ ਦਾ ਬ੍ਰਹਮਾਨੰਦ ਰੂਪੀ ਸੁਖ ਪ੍ਰਗਟ ਹੋ ਗਿਆ ਹੈ। ਕੋਟ ਸੂਰ ਨਾਨਕ ਪਰਗਾਸ। ਜਿਸ ਕਰਕੇ ਕਰੋੜਾਂ ਸੂਰਜਾਂ ਮਤ ਹਿਰਦੇ ਵਿੱਚ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ। ਸੋ ਕਈਆਂ ਨੇ 5 ਰੌਸ਼ਨੀਆਂ ਮੰਨੀਆਂ ਹਨ। 5 ਤੱਤਾਂ ਦੀਆਂ 5 ਰੌਸ਼ਨੀਆਂ 10ਵੇਂ ਦੁਆਰ ਦਾ ਪ੍ਰਕਾਸ਼ ਮੰਨਿਆ ਹੈ। ਕਿਸੇ ਨੇ ਚੰਦਰਮਾ ਵਰਗਾ, ਕਿਸੇ ਨੇ ਤਾਰਿਆਂ ਵਰਗਾ। ਪਰ ਮਹਾਰਾਜ ਕਹਿੰਦੇ ਨੇ, ਪਾਤਸ਼ਾਹ ਜੀ ਦਾ ਫਰਮਾਨ ਹੈ, ਕਹਿੰਦੇ ਝਿਲ ਮਿਲ ਝਿਲਕੈ ਚੰਦ ਨ ਤਾਰਾ, ਸੂਰਜ ਕਿਰਨ ਬਿਜਲ ਗੈ ਨਾਰਾ, ਕਥੀ ਕਥੋ ਚੇਨ ਨਹੀਂ ਕੋਈ, ਪੂ ਰਹਿਆ ਮਨ ਭਾਇਂਦਾ। ਐਸਾ ਮਹਾਰਾਜ ਦਾ ਜਿਹੜਾ ਇੱਕ ਰਸ ਪਾਵਨ ਪ੍ਰਕਾਸ਼ ਹੈ ਉਹ ਪ੍ਰਾਪਤ ਹੋ ਗਿਆ ਹੈ। ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ। ਟੋਡੀ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ, ਹਰ ਹਰ ਪਤਤ ਪਾਵਨ। ਸਾਰਿਆਂ ਨੂੰ ਹਰੀ ਭਰੀ ਕਰਨ ਵਾਲੇ ਹਰੀ ਪਰਮੇਸ਼ਰ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨੇ ਵਾਲਾ ਹੈ। ਸੋ ਪਿੰਗਲ ਪਰਬਤ ਪਾਰ ਪਰੇ, ਖਲ ਚਤੁਰ ਬਕੀਤਾ, ਅੰਦਲੇ ਤ੍ਰਿਭਵਨ ਸੋਝਿਆ, ਗੁਰ ਭੇਟ ਪੁਨੀਤਾ। ਮਹਿਮਾ ਸਾਧੂ ਸੰਗ ਕੀ, ਸੁਨੋ ਹੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ, ਨਿਰਮਲ ਭਇ ਚੀਤਾ। ਜਿਸ ਪਾਪੀ ਕੋ ਮਿਲੇ ਨਾ ਢੋਈ, ਸਰਨ ਆਵੇ ਤਾਂ ਨਿਰਮਲ ਹੋਈ। ਬੜੇ ਬੜੇ ਪਾਪੀਆਂ ਨੂੰ ਪਵਿੱਤਰ ਕਰਨੇ ਵਾਲਾ ਹੈ ਜੋ ਮਹਾਰਾਜ ਵਾਹਿਗੁਰੂ ਜੀ ਦਾ ਨਾਮ ਹੈ। ਗੁਰਬਾਣੀ ਦੇ ਵਿੱਚ ਅਜਾਮਲ ਦੀ ਉਦਾਹਰਣ ਦਿੱਤੀ ਹੈ ਕਿ ਅਜਾਮਲ ਪਾਪੀ ਜਗ ਜਾਣੈ। ਸਾਰਾ ਜਗਤ ਜਾਣਦਾ ਕਿ ਅਜਾਮਲ ਪਾਪੀ ਸੀਗਾ, ਪਰ ਨਿਮਕ ਮਾਹੀ ਨਿਸਤਾਰਾ, ਮਹਾਰਾਜ ਨੇ ਇੱਕ ਨਿਮਕ ਦੇ ਵਿੱਚ ਉਹਦਾ ਨਿਸਤਾਰਾ ਕਰ ਦਿੱਤਾ। ਅਜਾਮਲ ਪਾਪੀ ਜਗ ਜਾਣੇ, ਨਿਮਕ ਮਾਹੀ ਨਿਸਤਾਰਾ। ਨਾਨਕ ਕਹਿਤ ਚੇਤ ਚਿੰਤਾ ਮਨ,
ਤੈ ਵੀ ਉਤਰੈ ਪਰ। ਨਾਵੇਂ ਪਾਤਸ਼ਾਹ ਜੀ ਦਾ ਬਚਨ ਹੈ ਕਿ ਤੂੰ ਵੀ ਉਸ ਵਾਹਿਗੁਰੂ ਦਾ ਚਿੰਤਨ ਕਰ ਗੁਰਮੁਖਾ, ਤੇਰਾ ਵੀ ਪਾਰ ਉਤਾਰਾ ਹੋ ਜਾਏਗਾ। ਗਣਕਾ ਪਾਪਣ ਹੋਏ ਕੈ, ਪਾਪਾਂ ਦਾ ਗਲ ਹਾਰ ਪਰੋਤਾ। ਮਹਾਂਪੁਰਖ ਆਚਾਨ ਚੱਕ, ਗਨਕਾ ਬਾੜੀ ਹਾਈ ਖਲੋਤਾ। ਦੁਰਮਤ ਦੇਖ ਦਇਆਲ ਹੋਏ, ਹੱਥੋਂ ਉਸ ਨੂੰ ਦੇ ਤੋ ਸਤੋਤਾ। ਲਿਵ ਲਾਗੀ ਤੇ ਸਤੋਤਿਓ, ਰਾਮ ਨਾਮ ਪੜ੍ਹਾਏ ਅਛੋਤਾ। ਗਈ ਬੈਕੁੰਠ ਬਿਬਾਨ ਚੜ੍ਹ, ਨਰਕਾਂ ਵਿੱਚ ਨਾ ਖਾਧੋ ਸਗੋਤਾ। ਮਾਨ ਨਿਮਾਣੇ ਮਾਣ ਮਨੋਤਾ। ਇਹ ਭਾਈ ਗੁਰਦਾਸ ਜੀ ਨੇ ਗਣਕਾ ਪਾਪਣ ਦੀ ਉਦਾਹਰਨ ਦਿੱਤੀ ਹੈ ਕਿ ਜੋ ਮਹਾਂਪੁਰਖਾਂ ਦੇ ਸੰਗ ਕਰਕੇ ਧੋਤੀ ਨੂੰ ਰਾਮ ਨਾਮ ਪੜ੍ਹਾਉਣ ਦੇ ਨਾਲ ਹੀ ਵੇਖੋ ਤਰ ਗਈ। ਅਜਾਮਲ ਨੇ ਵੀ ਰਾਮ ਨਹੀਂ ਮਰਾ ਕਿਹਾ ਅਤੇ ਮਰਾ ਦਾ ਰਾਮ ਬਣ ਕੇ ਉਹਦਾ ਵੇਖੋ ਪਾਰ ਉਤਾਰਾ ਹੋ ਗਿਆ। ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਜਿਹੜੀ ਪੂਤਨਾ ਆਪਣੇ ਦੁੱਧ ਨੂੰ ਜ਼ਹਿਰ ਲਾ ਕੇ ਅਤੇ ਮੋਹਣ ਮੰਮੇ ਪਾਏ ਹੋਣ ਗੁਰੂ ਸਾਹਿਬ ਨੂੰ ਗੋਦੀ ਵਿੱਚ ਲੈ ਕੇ ਦੁੱਧ ਚੁੰਘਾਉਣ ਦੇ ਬਹਾਨੇ ਮਾਰਨ ਆਈ ਅਤੇ ਮਹਾਰਾਜ ਨੇ ਦੁੱਧ ਦੇ ਰਸਤੇ ਉਹਦੇ ਪ੍ਰਾਣ ਕੱਢ ਕੇ ਅਤੇ ਉਹਨੂੰ ਖਤਮ ਕਰ ਦਿੱਤਾ। ਦੀਨ ਦਿਆਲ ਪਾਤਸ਼ਾਹ ਨੇ ਜਿਹੜੇ ਮਾਰਨ ਆਏ ਉਹਨਾਂ ਦਾ ਵੀ ਉਧਾਰ ਕੀਤਾ। ਜਿਵੇਂ ਕ੍ਰਿਸ਼ਨ ਭਗਵਾਨ ਦੇ ਵਕਤ ਵੀ ਬਿਲਕੁਲ ਸੇਮ ਸਟੋਰੀ ਹੈ। ਜੋ ਕੰਸ ਨੇ ਇੱਕ ਪੂਤਨਾ ਨਾਮੇ ਇਸਤਰੀ ਰਾਖਸ਼ਨੀ ਨੂੰ ਇਸੇ ਤਰ੍ਹਾਂ ਹੀ ਦੁੱਧ ਦੇ ਬਹਾਨੇ ਕ੍ਰਿਸ਼ਨ ਨੂੰ ਮਾਰਨ ਲਈ ਭੇਜਿਆ। ਉਹਨੇ ਵੀ ਇਸੇ ਤਰ੍ਹਾਂ ਹੀ ਉਹਦੇ ਪ੍ਰਾਣ ਖਿੱਚ ਕੇ ਅਤੇ ਉਹਦਾ ਪਾਰ ਉਤਾਰਾ ਕਰ ਦਿੱਤਾ। ਇਉਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਹ ਘਰ ਹੈ। ਇੱਥੇ ਗੁਨਾਹਗਾਰ ਅਤੇ ਪਾਪੀ ਬੰਦਾ ਪਹਿਲ ਦੇ ਆਧਾਰ 'ਤੇ ਬਖਸ਼ਿਆ ਜਾਂਦਾ। ਜਿਹੜੇ ਚੰਗੇ ਨੇ ਉਹਨਾਂ ਵੱਲ ਨਹੀਂ ਮਹਾਰਾਜ ਵੇਖਦੇ। ਉਹ ਤਾਂ ਪਤਾ ਹੀ ਆ ਵੀ ਬੈਠੇ ਨੇ, ਇਹਨਾਂ ਕਿੱਥੇ ਜਾਣਾ, ਇਹ ਤਾਂ ਇੱਥੇ ਹੀ ਰਹਿਣਗੇ, ਡੇਲੀ ਆਉਣ ਵਾਲੇ ਨੇ। ਅਤੇ ਜਿਹੜਾ ਕਦੀ ਕਦਾਈ ਭੁੱਲਿਆ ਭਟਕਿਆ ਕਿਤੇ ਮਹਾਰਾਜ ਦੇ ਮੱਥੇ ਲੱਗ ਜਾਏ ਅਤੇ ਗੁਰੂ ਸਾਹਿਬ ਦੀ ਉਹਦੇ 'ਤੇ ਨਿਗਾਹ ਪੈ ਜਾਏ ਵੀ ਇਸ ਬੰਦੇ ਨੂੰ ਉਤਾਰਨਾ, ਪਹਿਲਾਂ ਉਹਦਾ ਪਾਰ ਉਤਾਰਾ ਕਰਦੇ ਹਾਂ। ਪਹਿਲ ਦੇ ਆਧਾਰ 'ਤੇ ਮਹਾਰਾਜ ਦੇ ਘਰ ਦੀ ਵਡਿਆਈ ਹੈ। ਅਤੇ ਵੇਖੋ ਆਪਾਂ ਕਿਸੇ ਕੋਲ ਛੋਟਾ ਜਿਹਾ ਵੀ ਕੰਮ ਕਰਾਉਣਾ ਹੋਵੇ ਅਤੇ 50 ਫੋਨ ਕਰਨੇ ਪੈਂਦੇ ਨੇ, ਜਾਂ ਕਿਸੇ ਦੇ ਦਰਵਾਜ਼ੇ ਅੱਗੇ ਲਾਈਨ ਦੇ ਵਿੱਚ ਖੜ੍ਹਨਾ ਪੈਂਦਾ ਵੀ ਵਾਰੀ ਆਊਗੀ, ਜਾਂ ਕੋਈ ਟਾਈਮ ਦਿੰਦਾ ਕੁਛ ਦਿਨ ਉਡੀਕਣਾ ਪੈਂਦਾ, 100 ਤਰਲੇ ਮਾਰਨੇ ਪੈਂਦੇ, ਕਈ ਵਾਰ ਪੈਸੇ ਵੀ ਦੇਣੇ ਪੈਂਦੇ, ਫਿਰ ਵੀ ਨਹੀਂ ਕੰਮ ਹੁੰਦਾ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੇਖੋ ਕਲਯੁਗੀ ਜੀਵਾਂ ਦਾ ਉਧਾਰ ਕੀਤਾ, ਕਿੱਡਾ ਮੁੱਖ ਕਾਰਜ ਕੀਤਾ, ਪਾਰ ਉਤਾਰੇ ਮੁਕਤੀ ਦਾ। ਅਤੇ ਮਹਾਰਾਜ ਦੀ ਇਹ ਸਿਫਤ ਹੈ, ਗੁਰੂ ਸਾਹਿਬ ਦੇ ਵਿੱਚ ਇਹ ਗੁਣ ਹੈ ਕਿ ਮਹਾਰਾਜ ਦੇ ਦਰਵਾਜ਼ੇ 'ਤੇ ਉਡੀਕਣਾ ਨਹੀਂ ਪੈਂਦਾ। ਅੱਜ ਵੀ ਤੁਸੀਂ ਆਓ, ਜਦੋਂ ਵੀ ਕਿਸੇ ਦਾ ਸਮਾਂ ਹੈ ਦਰਵਾਜ਼ਾ ਤੁਹਾਨੂੰ ਖੁੱਲ੍ਹਾ ਮਿਲੇਗਾ। ਖਾਸ ਕਰਕੇ ਇਸ ਗੁਰਦੁਆਰੇ ਦੀ ਮੈਂ ਸਿਫਤ ਮੰਨਦਾ ਵੀ ਇਹ 24 ਆਵਰ ਖੁੱਲ੍ਹਾ ਰਹਿੰਦਾ ਹੈ। ਕਿਸੇ ਵੀ ਗੇਟ ਰਾਹੀਂ ਬੰਦਾ ਅੰਦਰ ਆ ਕੇ ਅਤੇ ਜਦੋਂ ਮਰਜ਼ੀ ਰਾਤ ਬਰਾਤੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਸਕਦਾ, ਮੱਥਾ ਟੇਕ ਸਕਦਾ। ਕਾਰਨ ਕੀ ਆ? ਇੱਥੇ ਸ੍ਰੀ ਅਖੰਡ ਪਾਠ ਸਾਹਿਬ ਉਹਨਾਂ ਦੀਆਂ ਲੜੀਆਂ ਹਮੇਸ਼ਾ ਹੀ ਚੱਲਦੀਆਂ ਰਹਿੰਦੀਆਂ ਨੇ। ਇਹ ਗੁਰੂ ਮਹਾਰਾਜ ਦੀ ਗੁਰੂ ਘਰ ਦੀ ਇਹ ਸਿਫਤ ਹੈ। ਮਾਲਟਨ ਮੈਡ ਗ੍ਰੰਥੀ ਸੀਗਾ ਕੈਨੇਡਾ ਟੋਰਾਂਟੋ ਦੇ ਵਿੱਚ, ਏਅਰਪੋਰਟ ਦੇ ਨਾਲ ਹੀ 7 ਕਿਲੋਮੀਟਰ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ, ਮਾਲਟਨ ਇਲਾਕੇ ਦਾ ਨਾਮ ਹੈ। ਅਤੇ ਉੱਥੇ ਪ੍ਰਧਾਨ ਨੂੰ ਕਹਿ ਕੇ ਮੈਂ ਖੁਦ ਆਪ ਲੋਕ ਲਵਾਏ। ਮੈਂ ਕਿਹਾ ਇਹਨਾਂ ਨੂੰ ਠੀਕ ਤਾਂ ਕਰਾ ਲਓ। ਉਹ ਵੀ ਗੁਰਦੁਆਰਾ ਦਿਨ ਪਰ ਰਾਤ, ਮੈਂ ਕਿਹਾ ਇੱਕ ਗੇਟ ਖੁੱਲ੍ਹਾ ਰਹਿਣ ਦਿਓ, ਬਾਕੀ ਤਾਂ ਸਹੀ ਕਰਾਓ, ਜਿਹੜਾ ਮਰਜ਼ੀ ਖੋਲ੍ਹੋ, ਜਿੱਧਰ ਦੀ ਮਰਜ਼ੀ ਅੰਦਰ ਵੜ ਜਾਓ, ਕੋਈ ਲੋਕ ਨਹੀਂ, ਸਭ ਫ੍ਰੀ ਹੋਏ। ਕੋਈ ਲੰਗਰ ਦੇ ਕਿਸੇ ਕਮਰੇ ਨੂੰ ਕੋਈ ਜੰਦਰਾ ਨਹੀਂ, 24 ਘੰਟੇ ਖੁੱਲ੍ਹਾ ਰਸਤ ਪਾਣੀ। ਚੋਰੀ ਤਾਂ ਉਸ ਚੀਜ਼ ਦੀ ਹੈ ਜਿਹਨੂੰ ਤੁਸੀਂ ਲੁਕਾ ਕੇ ਰੱਖਦੇ ਹੋ, ਜਿੰਦਰਾ ਮਾਰਦੇ ਹੋ। ਜੇ ਸਾਹਮਣੇ ਖਿਲਾਰਦੇ ਹੋ ਫਿਰ ਚੋਰੀ ਕਾਹਦੀ? ਇਸ ਵਾਸਤੇ ਸੰਗਤਾਂ 'ਚ ਇਹ ਮਨ 'ਚ ਇੰਨਾ ਪਿਆਰ ਹੈ ਕਿ ਸਾਰੀ ਰਾਤ ਦਿਨੇ ਕੋਈ ਕੰਮ ਕਰਦੇ, ਜਦੋਂ ਵੀ ਜਾਂਦਾ ਆਉਂਦਾ ਮੱਥਾ ਟੇਕ ਕੇ ਜਾਂਦਾ।
ਇਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਸਿਫਤ ਹੈ, ਸ਼ੁਰੂ ਤੋਂ ਹੀ ਉਡੀਕਣਾ ਨਹੀਂ ਪੈਂਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਹ ਗੁਣ ਹੈ ਭਈ ਗੁਰੂ ਸਾਹਿਬ ਨੂੰ ਲੱਭਣ ਦੀ ਵੀ ਨਹੀਂ ਲੋੜ, ਉਹਨਾਂ ਕੋਲ ਚੱਲ ਕੇ ਵੀ ਜਾਣ ਦੀ ਨਹੀਂ ਲੋੜ। ਮਹਾਰਾਜ ਜਿਹਨੂੰ ਤਾਰਨਾ ਜੇ ਤੇ ਨਿਗਾਹ ਪੈ ਗਈ, ਉਹਦੇ ਘਰ ਦਾ ਕੁੰਡਾ ਖੜਕਾ ਕੇ ਨਾਲੇ ਤਾਂ ਦਰਸ਼ਨ ਦੇਣਗੇ ਅਤੇ ਨਾਲੇ ਉਹਦੀ ਮੁਕਤੀ ਕਰਨਗੇ। ਕੁੰਡਾ ਖੜਕਾ ਕੇ, ਬੈਲ ਮਾਰ ਕੇ, ਆਵਾਜ਼ ਮਾਰ ਕੇ ਵੀ ਆ ਭਾਈ ਬਾਹਰ ਆ, ਆਪਾਂ ਤੈਨੂੰ ਮਿਲਣ ਆਏ ਆ ਅਤੇ ਤੈਨੂੰ ਮੁਕਤ ਕਰਨਾ। ਉਹ ਗੱਲ ਵੱਖਰੀ ਹੈ ਵੀ ਬੰਦੇ ਦੇ ਕਰਮ ਉਹਦਾ ਸਾਥ ਨਾ ਦੇਣ। ਮੂਲੇ ਖੱਤਰੀ ਦੀ ਸਾਖੀ ਬੜੀ ਪ੍ਰਸਿੱਧ ਹੈ। ਜੋ ਸਿਆਲਕੋਟ ਦਾ ਰਹਿਣ ਵਾਲਾ ਸੀਗਾ, ਜਿਹਨੇ ਸੱਚ ਅਤੇ ਝੂਠ ਭਾਈ ਮਰਦਾਨੇ ਨੂੰ ਕੋਰੇ ਕਾਗਜ਼ 'ਤੇ ਲਿਖ ਕੇ ਦਿੱਤਾ ਸੀ ਕਿ ਇਹ ਜਿਉਣਾ ਝੂਠ ਅਤੇ ਮਰਨਾ ਸੱਚ। ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਬੁਲਾ ਕੇ ਲਿਆ, ਕਹਿੰਦੇ ਲਿਖ ਕੇ ਹੀ ਦੇ ਦਿੱਤਾ ਕਿ ਮਨ 'ਚ ਨਿਸ਼ਚਾ ਵੀ ਹੈ? ਕਹਿੰਦੇ ਨਿਸ਼ਚਾ ਤਾਂ ਨਹੀਂ। ਫਿਰ ਕਹਿੰਦੇ ਸਾਡੇ ਨਾਲ ਰਹੋ। ਸਤਿਗੁਰੂ ਜੀ ਨਾਲ ਲੈ ਗਏ। ਫਿਰ ਕਿਸੇ ਵਿਰੋਧੀ ਨੇ ਇਹਦੇ ਕੱਪੜੇ ਸ਼ਿਕਾਰੀ ਖੂਨ ਨਾਲ ਲਪੇਟ ਕੇ ਇਹਦੀ ਘਰਵਾਲੀ ਦੇ ਕੋਲ ਆ ਕੇ ਝੂਠ ਬੋਲਤਾ ਕਿ ਤੇਰਾ ਪਤੀ ਮਰ ਗਿਆ ਹੈ। ਉਹ ਘਰ ਦੇ ਵਿੱਚ ਹੀ ਜਗ੍ਹਾ ਬਣਾ ਕੇ ਇਹਦੇ ਕੱਪੜਿਆਂ ਦੇ ਨਾਲ ਸੜ ਕੇ ਮਰਨ ਲੱਗੀ। ਅਤੇ ਗੁਰੂ ਸਾਹਿਬ ਅੰਤਰਜਾਮਤਾ ਨਾਲ ਵੇਖ ਕੇ ਕਹਿਣ ਲੱਗੇ, ਹੇ ਮੂਲਿਆ, ਆਹ ਗੱਲਬਾਤ ਹੋ ਗਈ। ਜੇ ਤਾਂ ਤੇਰਾ ਘਰ ਦੇ ਵਿੱਚ ਅਜੇ ਮੋਹ ਹੈ ਅਤੇ ਆਪਣੀ ਇਸਤਰੀ ਨੂੰ, ਪਰਿਵਾਰ ਨੂੰ ਤੂੰ ਬਚਾਉਣਾ ਚਾਹੁੰਦਾ, ਅਤੇ ਫਿਰ ਸਾਨੂੰ ਨਾ ਮੁੜ ਕੇ ਆਖੀ ਮੈਂ ਤੈਨੂੰ ਹੁਣੇ ਘਰ ਪਹੁੰਚਾ ਦਿੰਦਾ। ਕਹਿੰਦਾ ਜੀ ਮੇਰੇ ਹੱਥ ਜੋੜੇ, ਮੈਂ ਨਹੀਂ ਤੁਹਾਡੇ ਨਾਲ ਰਹਿਣਾ। ਮਹਾਰਾਜ ਕਹਿੰਦੇ ਜੇ ਤੂੰ ਮਰਨਾ ਸੱਚ ਮੰਨ ਲਿਆ ਅਤੇ ਜਿਉਣਾ ਝੂਠ ਨਿਸ਼ਚੈ ਕਰ ਲਿਆ ਅਤੇ ਫਿਰ ਤਾਂ ਤੂੰ ਸਾਡੇ ਨਾਲ ਰਹੋ। ਕਹਿੰਦਾ ਜੀ ਮੇਰਾ ਘਰ 'ਚ ਮੋਹ ਹੈ, ਮੈਨੂੰ ਹੁਣੇ ਘਰ ਪਹੁੰਚਾਓ। ਕਹਿੰਦੇ ਚੰਗਾ, ਫਿਰ ਅੱਖਾਂ ਬੰਦ ਕਰ, ਕੀਰਤਨ ਸੁਣ ਅਤੇ ਸਤਿਨਾਮ ਵਾਹਿਗੁਰੂ ਦਾ ਜਾਪ ਜਪ, ਅੱਖਾਂ ਖੋਲ੍ਹੇਗਾ, ਘਰ ਦੇ ਵਿੱਚ ਬੈਠਾ ਮਿਲੇਗਾ। ਇਸ ਤਰ੍ਹਾਂ ਹੀ ਹੋਇਆ। ਕਿਤੇ ਸਾਲ 2 ਸਾਲ ਬਾਅਦ ਫਿਰ ਮਹਾਰਾਜ ਘੁੰਮਦੇ ਘੁੰਮਾਉਂਦੇ ਕਹਿੰਦੇ ਭਾਈ ਬਾਲਾ ਅਤੇ ਮਰਦਾਨਾ ਜੀ, ਸਿਆਲਕੋਟ ਦੇ ਵਿੱਚ ਆਪਾਂ ਆਏ ਹਾਂ, ਇੱਥੇ ਸਾਡਾ ਇੱਕ ਬੜਾ ਪੁਰਾਣਾ ਮਿੱਤਰ ਰਹਿੰਦਾ ਹੈ, ਚਲੋ ਉਹਦੇ ਦਰਸ਼ਨ ਹੀ ਕਰ ਜਾਈਏ। ਕੁੰਡਾ ਖੜਕਾਇਆ ਅਤੇ ਉਹ ਘਰ ਵਾਲੀ ਨੇ ਵੇਖ ਲਿਆ। ਪਹਿਲਾਂ ਦਰਵਾਜ਼ੇ ਦੇ ਅੰਦਰ ਦੀ ਬਾਹਰ ਵੇਖਿਆ ਕਿਸੇ ਸੁਰਾਖ ਥਾਣੀ, ਇਹ ਤਾਂ ਉਹੀ ਮਹਾਤਮਾ ਨੇ। ਉਹਨੂੰ ਲਿਖਾਤਾ ਵੀ ਤੈਨੂੰ ਫਿਰ ਲੈਣ ਆਏ ਨੇ। ਅਤੇ ਮਹਾਰਾਜ ਨੂੰ ਦਰਵਾਜ਼ਾ ਖੋਲ੍ਹ ਕੇ ਪੁੱਛਿਆ, ਕਹਿੰਦੇ ਹਾਂਜੀ। ਕਹਿੰਦੇ ਵੀ ਮੂਲੇ ਨੂੰ ਮਿਲਣਾ। ਕਹਿੰਦੇ ਉਹ ਤਾਂ ਘਰ ਨਹੀਂ ਹਨ। ਮਹਾਰਾਜ ਕਹਿੰਦੇ ਵੀ ਆਪਾਂ ਉਹਨੂੰ ਨਾਲ ਨਹੀਂ ਲਿਜਾਣ ਆਏ ਬੀਬੀ ਭੈਣਾਂ, ਵੀ ਆਪਾਂ ਤਾਂ ਬਸ ਕੋਈ ਪੁਰਾਣੀ ਮਿੱਤਰਤਾ, ਸਾਡੇ ਮਨ 'ਚ ਪ੍ਰੇਮ, ਮਨ 'ਚ ਫੁਰਨਾ ਬਣਿਆ ਕਿ ਚਲੋ ਚਲਦਿਆਂ ਚਲਦਿਆਂ ਦਰਸ਼ਨ ਹੀ ਕਰ ਜਾਈਏ। ਕਹਿੰਦੀ ਜੀ ਮੈਂ ਤੁਹਾਨੂੰ ਆਖਿਆ ਵੀ ਉਹ ਘਰ ਨਹੀਂ ਹਨ। ਅੱਛਾ, ਆਪਾਂ ਤਾਂ ਬਸ ਮਿਲਣਾ ਹੀ ਸੀਗਾ। ਮਹਾਰਾਜ ਜੀ ਉਹ ਨਹੀਂ ਮਿਲ ਸਕਦੇ, ਘਰ ਨਹੀਂ ਹਨ। ਚੰਗਾ, ਫਿਰ ਜੇ ਮਹਾਰਾਜ ਵਾਹਿਗੁਰੂ ਨੂੰ ਇਸ ਤਰ੍ਹਾਂ ਹੀ ਪਾਉਂਦਾ ਹੈ ਅਤੇ ਕੀ ਪਤਾ ਨਾ ਹੀ ਹੋਊਗਾ। ਇਸ ਤਰ੍ਹਾਂ ਮਹਾਰਾਜ ਨੇ ਜਦ ਪਿੱਠ ਕੀਤੀ ਅਤੇ ਉਹ ਪਾਥੀਆਂ ਦੇ ਗੀਰੇ 'ਚੋਂ ਸੱਪ ਨਿਕਲਿਆ ਅਤੇ ਉਹ ਡੰਗ ਮਾਰ ਕੇ ਅਤੇ ਉਹਨੂੰ ਤੜਫਾਉਣ ਲਾ ਦਿੱਤਾ। ਫਿਰ ਕਹਿਣ ਲੱਗਾ ਵੀ ਮੈਨੂੰ ਮਹਾਰਾਜ ਦੇ ਦਰਸ਼ਨ ਕਰਾਓ। ਰੌਲਾ ਪਾ ਕੇ ਆਂਢ ਗੁਆਂਢ ਇਕੱਠੇ ਕੀਤੇ, ਉਹਨਾਂ ਮੰਜੇ 'ਤੇ ਪਾ ਕੇ, ਜਿੱਥੇ ਗੁਰਦੁਆਰਾ ਰੋੜੀ ਸਾਹਿਬ ਹੈ ਸਿਆਲਕੋਟ, ਗੁਰਦੁਆਰਾ ਰੋੜੀ ਸਾਹਿਬ, ਜਿੱਥੋਂ ਮਹਾਰਾਜ ਨੇ ਰੋੜੀ ਮਾਰੀ ਸੀਗੀ ਹਮਜਾ ਗੌਂਸ ਦੇ ਗੁੰਮਟ ਨੂੰ। ਹਮਜਾ ਗੌਂਸ ਦੀ ਸਾਖੀ ਵੀ ਉੱਥੋਂ ਦੀ ਹੈ, ਜਿਹਨੇ ਚਲੀਸਾ ਰੱਖਿਆ ਸੀ ਮੈਂ ਪਿੰਡ ਤਬਾਹ ਕਰ ਦੇਣਾ। ਮਹਾਰਾਜ ਕਹਿੰਦੇ ਕਮਲਿਆ, ਸਾਧੂ ਸੰਤ ਬਣ ਗਏ ਅਤੇ ਲੋਕਾਂ ਨੂੰ ਮਾਰੀਦਾ ਕਿ ਲੋਕਾਂ ਨੂੰ ਜਵਾਈਦਾ ਹੈ? ਜਾਂ ਤਾਂ ਬੰਦਾ ਵਿਆਹ ਕਰਾ ਕੇ ਅਤੇ ਬੱਚੇ ਹੀ ਪੈਦਾ ਕਰ ਲਏ। ਫਿਰ ਜੇ ਇੰਨਾ ਹੀ ਮੋਹ ਹੈ, ਲੋਕਾਂ ਦੇ ਨਿਆਣਿਆਂ ਦਾ ਮੋਹ ਕਰਨਾ ਕੋਈ ਸਾਧੂ ਦੀ ਰੀਤੀ ਥੋੜ੍ਹਾ। ਕਹਿੰਦੇ ਜੀ ਦੁਨੀਆ ਝੂਠੀ, ਪਹਿਲਾਂ ਨਿਆਣੇ ਲੈ ਲਏ ਅਤੇ ਹੁਣ ਮੈਨੂੰ ਦਿੰਦੇ ਨਹੀਂ, ਇੱਕ ਦੀ ਬਜਾਏ 4 ਹੋ ਗਏ, ਇੱਕ ਵੀ ਨਹੀਂ ਦਿੰਦੇ। ਮਹਾਰਾਜ ਕਹਿੰਦੇ ਕਿੱਡਾ ਕੁ ਵੱਡਾ ਗੁਨਾਹ ਹੋ ਗਿਆ। ਉਹ ਗ੍ਰਸਤੀ ਬੰਦੇ ਨੇ, ਗ੍ਰਸਤੀਆਂ ਨੂੰ ਬੱਚਿਆਂ ਦੀ ਲੋੜ, ਤੂੰ ਕੀ, ਤੂੰ ਆਪਣਾ ਰੱਬ ਦਾ ਨਾਮ ਲੈ। ਕਹਿੰਦੇ ਜੀ ਇਹ ਬਚਨ ਕਰਕੇ ਮੁੱਕਰਦੇ। ਮਹਾਰਾਜ ਕਹਿੰਦੇ ਫਿਰ ਕੀ ਹੋ ਗਿਆ?
ਹਰੇਕ ਇਨਸਾਨ ਜਿਹੜਾ ਹੈ ਉਹ ਗਲਤੀ ਕਰ ਸਕਦਾ ਹੈ, ਗਲਤੀ ਦਾ ਪੁਤਲਾ। ਤੂੰ ਤਾਂ ਸਿਆਣਾ ਬਣ, ਤੂੰ ਤਾਂ ਸਾਧੂ ਆ। ਚਲੀਸਾ ਲੋਕਾਂ ਨੂੰ ਮਾਰਨ ਲਈ ਥੋੜ੍ਹੋ ਕੱਟੀ ਦਾ। ਫਿਰ ਚੱਲ ਇੱਕ ਬੰਦੇ ਨੇ ਗੁਨਾਹ ਕੀਤਾ ਅਤੇ ਤੂੰ ਉਹਨੂੰ ਤਲਬ ਕਰ, ਬਾਕੀ ਸ਼ਹਿਰ ਦਾ ਕੀ ਕਸੂਰ ਹੈ ਕਮਲਪੁਣਾ। ਮੈਂ ਜੀ ਸ਼ਹਿਰ ਨੂੰ ਤਬਾਹ ਕਰਨਾ। ਮਨ ਨੇ ਰੋੜੀ ਮਾਰੀ ਅਤੇ ਉਹਦਾ ਗੁੰਮਟ ਖਰਬੂਜੇ ਦੀ ਫਾੜੀ ਵਾਂਗ ਫਟ ਗਿਆ, ਵਿੱਚੋਂ ਦੀ ਸੂਰਜ ਦੀਆਂ ਕਿਰਨਾਂ ਪਈਆਂ, ਉਹਦਾ ਚਲੀਸਾ ਭੰਗ ਹੋ ਗਿਆ। ਫਿਰ ਮਹਾਰਾਜ ਨੇ ਉਹਦੀ ਅਕਲ ਟਿਕਾਣੇ ਲਿਆਂਦੀ, ਆਖਿਆ ਵੀ ਇੰਨਾ ਕਮਲ ਨਹੀਂ ਕਦਾਈਦਾ। ਆ ਵੇਖ ਤੈਨੂੰ ਅਸੀਂ ਦਿਖਾਉਂਦੇ ਹਾਂ। ਉਹ ਸੱਚ ਅਤੇ ਝੂਠ ਉੱਥੋਂ ਹੀ ਖਰੀਦਣ ਲਈ ਭੇਜਿਆ ਸੀ। ਮਹਾਰਾਜ ਕਹਿੰਦੇ ਵੇਖ ਇਹੋ ਜਿਹੇ ਵੀ ਬੰਦੇ ਨੇ ਜਿਹੜੇ ਮਰਨੋਂ ਸੱਚ ਦੇ ਜਿਉਣ ਨੂੰ ਝੂਠ ਆਖਦੇ ਹਨ। ਚੰਗੇ ਵੀ ਨੇ ਮਾੜੇ ਵੀ ਨੇ। ਅਤੇ ਜਿਹੜੀ ਜ਼ਿੰਦਗੀ ਹੈ ਅਤੇ ਮੌਤ ਹੈ ਵਾਹਿਗੁਰੂ ਦੇ ਹੱਥ ਹੈ। ਤੂੰ ਕਿਉਂ ਪਾਪ ਗੁਨਾਹ ਕਰ ਰਿਹਾ? ਆਪਣਾ ਮਨ ਸਿੱਧਾ ਕਰ। ਇਉਂ ਹਮਜਾ ਗੌਂਸ ਨੂੰ ਗੁਰੂ ਸਾਹਿਬ ਨੇ ਸ਼ਾਂਤੀ ਬਖਸ਼ੀ। ਉਹਦਾ ਗੁੰਮਟ ਥੋੜ੍ਹੀ ਦੂਰ ਸੀਗਾ। ਗੁਰਦੁਆਰਾ ਰੋੜੀ ਸਾਹਿਬ ਮਹਾਰਾਜ ਨੇ ਆਸਣ ਲਾਇਆ। ਉੱਥੇ ਮਹਾਰਾਜ ਟਾਹਲੀ ਥੱਲੇ, ਸ਼ਾਇਦ ਉਹ ਬੇਰੀ ਹੈ ਕਿਉਂਕਿ ਮੈਂ ਤਾਂ ਦਰਸ਼ਨ ਕੀਤੇ ਨਹੀਂ ਹਨ। ਇੱਥੇ ਬਜ਼ੁਰਗ ਸਿਆਲਕੋਟ ਦੇ ਕਥਾ ਸੁਣਦੇ ਹੁੰਦੇ ਸੀ। ਉਹਨਾਂ ਨੇ ਮੈਨੂੰ ਇਹ ਸਾਖੀ ਸਹੀ ਤਰੀਕੇ ਦੇ ਨਾਲ ਦੱਸੀ ਹੈ। ਅਤੇ ਉੱਥੇ ਮੂਲੇ ਨੂੰ ਲੈ ਕੇ ਆਏ, ਆਉਂਦਿਆਂ ਵਿਚਾਰਾ ਚੜ੍ਹਾਈ ਕਰ ਗਿਆ, ਜਿਉਂਦਿਆਂ ਦਰਸ਼ਨ ਨਹੀਂ ਹੋ ਪਾਏ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋਂ ਬਵੇਕੀਆਂ ਜਾਏ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਸਤਿਗੁਰੂ ਜੀ ਕਹਿੰਦੇ ਕਿ ਇਹਦੇ ਹੁਣ ਭਾਗਾਂ ਦੇ ਵਿੱਚ ਫਰਕ ਰਹਿ ਗਿਆ। ਸੰਗਤ ਜੀ, ਜੇ ਜਿਉਂਦਾ ਸਾਡੇ ਕੋਲ ਆ ਜਾਂਦਾ ਤਾਂ ਅਸੀਂ ਇਹਨੂੰ ਜਿਉਂਦਿਆਂ ਬਖਸ਼ ਲੈਣਾ ਸੀ। ਬਖਸ਼ ਤਾਂ ਹੁਣ ਵੀ ਸਕਦੇ ਹਾਂ, ਪਰ ਨਹੀਂ, ਇਹ ਬੇਮੁਖ ਮਰਿਆ ਹੈ। ਇਹਨੂੰ ਕੁਛ ਸਮਾਂ ਹੁਣ ਉਡੀਕ ਕਰਨੀ ਪਏਗੀ, ਜੂਨਾਂ ਭੋਗਣੀਆਂ ਪੈਣਗੀਆਂ। ਕਰਾਂਗੇ ਮੁਕਤੀ ਅਸੀਂ ਹੀ, ਇਹਨੂੰ ਬਖਸ਼ਾਂਗੇ ਅਸੀਂ ਹੀ, ਪਰ ਇਸ ਸਰੂਪ 'ਚ ਨਹੀਂ, 10ਵੇਂ ਸਰੂਪ 'ਚ ਬਖਸ਼ਾਂਗੇ। ਸੋ ਕਲਗੀਧਰ ਮਹਾਰਾਜ ਨੇ ਹਜ਼ੂਰ ਸਾਹਿਬ ਗੁਰਦੁਆਰਾ ਸ਼ਿਕਾਰ ਘਾਟ ਗੋਦਾਵਰੀ ਨਦੀ ਟੱਪ ਕੇ, ਜਿੱਥੇ ਅੰਜਨੀ ਦਾ ਮੰਦਰ ਆਉਂਦਾ, ਹਨੂੰਮਾਨ ਦਾ ਜਿੱਥੇ ਜਨਮ ਹੋਇਆ, ਉਹਦੇ ਤੋਂ ਥੋੜ੍ਹਾ ਜਿਹਾ ਹੀ ਨਜ਼ਦੀਕ ਗੁਰਦੁਆਰਾ ਸ਼ਿਕਾਰ ਘਾਟ ਇੱਕ ਸਹੇ ਨੂੰ ਸਾਹਿਬਾਂ ਨੇ ਤੀਰ ਬਖਸ਼ ਕੇ ਅਤੇ ਸਦਾ ਦੀ ਨੀਂਦੇ ਸਵਾਤ ਉਹਦੇ ਝੋਂਦੇ ਬਰੂ ਨਿਕਲੀ। ਉਹ ਗੁਰੂ ਸਾਹਿਬ ਦਾ ਧੰਨਵਾਦ ਕਰਕੇ ਸਾਰੀ ਸਾਖੀ ਸੁਣਾ ਕੇ ਸਾਰੇ ਸਿੰਘਾਂ ਸੰਗਤ ਸਾਹਮਣੇ ਅਤੇ ਸੱਚਖੰਡ ਨੂੰ ਚੜ੍ਹ ਗਈ। ਸਤਿਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ, ਕਹਿੰਦੇ ਨਾਲ ਕਿਰਾੜਾਂ ਦੋਸਤੀ, ਕੂੜਾ ਕੂੜੀ ਪਾਏ, ਮਰਨ ਨਾ ਜਾਪੈ ਮੂਲਿਆ, ਆਵੈ ਕਿਤੈ ਥਾਏ। ਨਾਲ ਇਆਣੇ ਦੋਸਤੀ, ਕਦੇ ਨਾ ਆਵੈ ਰਾਸ, ਜਿਹਾ ਜਾਣੈ ਤੇਹੋ ਵਰਤੈ, ਵੇਖੋ ਕੋ ਨਿਰਜਾਸ। ਜਿਸ ਦੇ ਮੂੰਹ 'ਤੇ ਦਾੜੀ ਨਹੀਂ ਆਈ ਅਤੇ ਛਾਤੀ 'ਤੇ ਵਾਲ ਨਹੀਂ, ਉਸ ਬੱਚੇ ਦੇ ਨਾਲ ਜਾਂ ਕਿਸੇ ਬੀਬੀ ਦੇ ਨਾਲ ਦੋਸਤੀ ਲਾਉਣੀ ਦੁੱਖ ਦਾ ਕਾਰਨ ਹੈ। ਤੋ ਇਸ ਵਾਸਤੇ ਗੁਰੂ ਮਹਾਰਾਜ ਦੇ ਨਾਲ ਹੀ ਸਾਨੂੰ ਲਗਾਵ ਕਰਨਾ ਚਾਹੀਦਾ ਅਤੇ ਵਾਹਿਗੁਰੂ ਦੇ ਨਾਮ ਜਪ ਕੇ ਪ੍ਰਭੂ ਦੇ ਨਾਲ ਹੀ ਪ੍ਰੇਮ ਪਾਉਣਾ ਚਾਹੀਦਾ। ਦੁਨੀਆ ਦੀ ਦੋਸਤੀ ਦੁੱਖ ਦਾ ਕਲੇਸ਼ ਦਾ ਕਾਰਨ ਬਣਦੀ ਹੈ, ਪੂਰੀ ਨਹੀਂ ਨਿਭਦੀ। ਸੋ ਐਸੇ ਮਹਾਰਾਜ ਨੇ ਜੋ ਪਾਪੀਆਂ ਨੂੰ ਪਵਿੱਤਰ ਕਰਨੇ ਵਾਲੇ ਹਨ। ਹਰ 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 ਪਤਿਤ ਪਾਵਨ, ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਪਾਪੀਆਂ ਨੂੰ ਅੱਜ ਵੀ ਪਵਿੱਤਰ ਕਰਨੇ ਵਾਲਾ ਹੈ। ਅਰਦਾਸ ਕਰੀਏ। ਟੋਡੀ ਮਹੱਲਾ ਪੰਜਵਾ। ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੁਭਾ, ਚਿੰਤਾ ਲਹਿ ਹਮਾਰੀ ਰਹਾਉ, ਅਬ ਨ ਸੂਝੈ ਦੂਜੀ ਠਾਹਰ, ਹਰ ਭਰਿਓ ਤੋ ਦੁਆਰੀ। ਲੇਖਾ ਛੋੜਿਆ ਲੇਖਾ ਛੂਟੈ, ਹਮ ਨਿਰਗੁਣ ਲੇਹੋ ਉਬਾਰੀ। ਸਾਧ ਬਖਸ਼ਿੰਦ ਸਦਾ ਮਿਹਰਵਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲਿਓ ਇਹ ਬਾਰੀ।
ਇਸ ਵਾਰੀ ਮਹਾਰਾਜ ਸਾਨੂੰ ਰੱਖ ਲਓ ਜੀ। ਹੋਰ ਦੁਖੀਆਂ ਅਨਕ ਹਤਿਆਂ ਜਨਮ ਦਾ ਰਿਦਰੰਗ ਮਹਾਂ ਵਿਖਿਆਦੰ, ਜਿੰਨੇ ਮਰਜੀ ਪਾਪ ਹੋਣ ਮਿਟੰਤ ਸਗਲ, ਸਾਰੇ ਮਿਟ ਸਕਦੇ ਨੇ। ਕਿਸ ਤਰ੍ਹਾਂ? ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਕਹਿਣ ਤੋਂ। ਏਕ ਚਿਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ बीच न आयो। मिटंत सगल सिमरंत हर नाम नानक, जैसे पावक कास्ट भस्म करो। जिवें लकड़ां दे ढेर नूं थोड़ी जी अग दी चंगियाड़ी भी साड़ के सुआ कर दिंदी है, इहो महाराज दा नाम पापियां नूं पवित्र करने वाला है। जी प्राण मान सुख दाता। साडे खालसा पंथ दे विच चार पाप मन्ने ने। एक हुक्का पीना, एक हजामत कराउणी, एक हलाल मास करना, ते एक हराम दा खाना ते हराम दा भोगना, जिन्हों बजर करैता कहिंदे ने। ते पंजवीं शराब। शराब तां हुण हेठां रह गई, इहदे तो इलावा होर जिहड़े नशे हैं तो ये पंजवां, ये भी पंज प्यारे शिक्षा दिंदे ने भी नशियां दा भी त्याग करना। ये जिहड़े पंज पाप हैं, जिन्हें जे इन्हां विचों एक भी पाप हो जाए तो इंसान अपवित्र हो जाता, जिहदी सज़ा धर्मराजे की कचहरी दे विच जूना का कारण ते नरकां भोगण दी मिल सकती है। पर गुरु साहब ने मर्यादा बन्नी है कि गुनाह जिहड़े ने, पाप जिहड़े ने इंसान दे पासों ही हुंदे ने, रब नहीं करदा। जे भुल भुलेखे किते कोई गुनाह या पाप हो जाए तो पंजां प्यारिਆਂ ਦੇ पेश हो के पंजां प्यारिਆਂ ਨੂੰ गुरु साहब ਦੇ सन्मुख दसना है। ਜਿਹੜਾ दस के तनख्वाह लवा लवांगे तो तनख्वाह पूरी करके अरदास करांगे, वो बख्शे जाणगे। ते ਜਿਹੜੇ नहीं दसांगे ਉਹਦੀ सज़ा भोगनी पवेगी। इस ਲਈ ਇਹਨਾਂ ਤੋਂ ਬਚਣ ਦਾ ਇਹੀ ਇੱਕੋ ਇੱਕ ਤਰੀਕਾ है। ਜਿਵੇਂ ਮੱਸਿਆ ਵਾਲੇ ਦਿਨ ਕੋਈ ਗੁਰਮੁਖ ਗੁਰੂ ਸਾਹਿਬ ਨੂੰ ਆਪਣੀਆਂ ਗਲਤੀਆਂ ਸੁਣਾਉਂਦਾ ਹੁੰਦਾ ਸੀ। ਬੇਨਤੀ ਕੀਤੀ, ਮਹਾਰਾਜ ਮੇਰੇ ਕੋਲ ਝੂਠ ਨਹੀਂ ਛੁੱਟਦਾ ਅਤੇ ਮੈਂ ਹੈ ਪਿੰਡ ਦਾ ਮੁਖੀਆ, ਮੈਨੂੰ ਕੋਈ ਤਰੀਕਾ ਦੱਸੋ। ਮਹਾਰਾਜ ਕਹਿੰਦੇ ਨਹੀਂ ਛੁੱਟਦਾ ਤੇ ਨਾ ਸਹੀ, ਤੂੰ ਬੋਲੀ ਜਾ ਝੂਠ, ਕਿਉਂਕਿ ਫੈਸਲੇ ਫੂਸਲੇ ਕਰਾਉਣੇ ਹੁੰਦੇ 100 ਗੱਲਬਾਤ। ਮੋਹਤਬਰ ਬੰਦੇ ਨੂੰ ਓਹਲਾ ਰੱਖਣਾ ਪੈਂਦਾ ਕਈਆਂ ਦਾ, ਝੂਠ ਸੱਚ ਮਾਰ ਕੇ। ਅਤੇ ਮਹਾਰਾਜ ਇਹ ਸਾਡਾ ਗੁਜ਼ਾਰਾ ਹੁੰਦਾ ਹੈ। ਮਹਾਰਾਜ ਕਹਿੰਦੇ ਇੰਝ ਕਰ ਵੀ ਜੋ ਮਰਜ਼ੀ ਤੂੰ ਕਰੀ ਜਾ, ਬੋਲੀ ਜਾ, ਪਰ ਇੱਕ ਕਾਗਜ਼ 'ਤੇ ਲਿਖੀ ਜਾਈ ਵੀ ਇਸ ਦਿਨ ਆਹ ਝੂਠ ਬੋਲਿਆ ਸੀਗਾ। ਅਤੇ ਮੱਸਿਆ ਦੀ ਮੱਸਿਆ ਜਦੋਂ ਸਾਡੇ ਕੋਲ ਆਏ ਅਤੇ ਸੰਗਤ 'ਚ ਖੜ੍ਹਾ ਹੋ ਕੇ ਸੁਣਾ ਦਿਆ ਕਰੀ। ਉਹਨੇ ਇੱਕ ਵਾਰ ਸੁਣਾਇਆ, ਦੂਜੀ ਵਾਰ ਸੋਚਿਆ ਮਣਾ ਲੋਕ ਕੀ ਕਹਿਣਗੇ ਵੀ ਚੰਗਾ ਭਲਾ ਬੰਦਾ ਪਿੰਡ ਦਾ, ਇਹ ਮੁਖੀਆ ਹੈ ਅਤੇ ਕਰ ਕੀ ਰਿਹਾ ਹੈ। ਉਹਨੂੰ ਸ਼ਰਮ ਆਉਣ ਲੱਗ ਪਈ ਜੀ, ਉਹ ਬੋਲਣੋਂ ਹੀ ਹਟ ਗਿਆ। ਅਤੇ ਇਸ ਤਰੀਕੇ ਦੇ ਨਾਲ ਜੇ ਮਨ ਵਿੱਚ ਸਾਡੇ ਭੈ ਹੋਵੇਗਾ ਕਿ ਮਹਾਰਾਜ ਨੂੰ ਦੱਸਣਾ ਪਊਗਾ, ਫਿਰ ਸਤਿਗੁਰੂ ਜੀ ਝਿੜਕਣਗੇ, ਤਨਖਾਹ ਲਵਾਉਣੀ ਪਊਗੀ, ਫਿਰ ਆਪਣੇ ਆਪ ਹੀ ਸਾਰੇ ਕੰਮ ਸੁੱਧ ਹੋ ਜਾਣਗੇ। ਅਤੇ ਇਸ ਵਾਸਤੇ ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ, ਗੁਰੂ ਸਾਹਿਬ ਸੱਚੇ ਪਾਤਸ਼ਾਹ ਬਖਸ਼ਿੰਦ ਹਨ। ਅੰਤਰਜਾਮੀ ਮਨ ਕੋ ਭਾਵਨ, ਜੋ ਸੱਚੇ ਪਾਤਸ਼ਾਹ ਜੀ ਜੀ ਪ੍ਰਾਣ ਮਾਨ ਸੁਖ ਦਾਤਾ, ਸਾਰੇ ਜੀਆਂ ਨੂੰ ਜ਼ਿੰਦਗੀ ਸਤਿਕਾਰ ਅਤੇ ਸੁੱਖ ਦੇਣ ਵਾਲੇ ਦਾਤੇ ਹੈ। ਜ਼ਿੰਦਗੀ ਪ੍ਰਾਣ ਦੇ ਮਨ ਨੂੰ ਸੁੱਖ ਦੇਣ ਵਾਲੇ, ਅੰਦਰ ਦੀ ਜਾਣਨ ਵਾਲੇ ਅੰਤਰਜਾਮੀ ਪਰਮੇਸ਼ਰ ਮੇਰੇ ਹਿਰਦੇ ਨੂੰ ਭਾਉਂਦੇ ਹਨ। ਰਹਾਉ ਵਿਸ਼ਰਾਮ ਦੇ ਕੇ ਫੁਰਮਾਨ ਕਰਦੇ ਹਨ, ਅਣਖ ਪੜ੍ਹਦੇ ਮੈਂ ਕਮਾਵੇ ਵਿਕਾਰ, ਖਿਨ ਮੈਂ ਪ੍ਰਗਟ ਉਹੇ ਸੰਸਾਰ। ਭਾਵੇਂ ਲੱਖ ਓਹਲਾ ਰੱਖ ਕੇ ਕੋਈ ਵਿਕਾਰ ਕਰੇ, ਪਰ ਸੰਸਾਰ ਵਿੱਚ ਪ੍ਰਗਟ ਹੋ ਜਾਂਦੇ ਹਨ। ਸੁੰਦਰ ਸੁਗੜ ਚਤੁਰ ਸਭ ਬੀਤਾ, ਤੇ ਵਾਹਿਗੁਰੂ ਅੰਤਰਜਾਮੀ ਸਭ ਕੁਝ ਜਾਣਦਾ ਹੈ। ਉਹਦਾ ਸਤਿਚਿਤ ਆਨੰਦ ਸਰੂਪ ਬੜਾ ਸੋਹਣਾ ਹੈ। ਸ੍ਰਿਸ਼ਟੀ ਦੀਆਂ ਸ੍ਰੇਸ਼ਟ ਘਾਟਤਾਂ ਨੂੰ ਘੜਨੇ ਵਾਲਾ ਹੈ। ਸਾਰਿਆਂ ਦੇ ਵਿਹਾਰ ਚਲਾਉਣ ਦੇ ਵਿੱਚ ਬੜਾ ਸਿਆਣਾ ਚਤੁਰ ਹੈ।
ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲਾ ਹੈ। ਰਿਦ ਦਾਸ ਨਿਵਾਸ ਭਗਤ ਗੁਣ ਗਾਵਨ। ਹਰ ਵਕਤ ਸੇਵਕਾਂ ਦੇ ਹਿਰਦੇ 'ਚ ਨਿਵਾਸ ਕਰਦਾ ਹੈ। ਇਸ ਕਰਕੇ ਭਗਤ ਜਨ ਉਹਦੇ ਗੁਣਾਂ ਨੂੰ ਕੀਰਤਨ ਰੂਪ ਦੇ ਵਿੱਚ ਗਾਉਂਦੇ ਰਹਿੰਦੇ ਹਨ। ਜਾਂ ਜੋ ਦਾਸ ਭਗਤ ਉਸ ਦੇ ਗੁਣਾਂ ਨੂੰ ਕੀਰਤਨ ਰੂਪ 'ਚ ਗਾਉਂਦੇ, ਉਹਨਾਂ ਦੇ ਹਿਰਦਿਆਂ 'ਚ ਨਿਵਾਸ ਕਰਨ ਵਾਲਾ ਹੈ। ਨਿਰਮਲ ਰੂਪ ਅਨੂਪ ਸੁਆਮੀ। ਉਹ ਜਿਹੜਾ ਸੁਆਮੀ ਮਾਲਕ ਪਰਮੇਸ਼ਰ ਹੈ, ਉਪਮਾ ਤੋਂ ਰਹਿਤ ਉਜਲ ਸਰੂਪ ਹੈ। ਕਰਮ ਭੂਮ ਬੀਜਨ ਸੋ ਖਾਵਨ। ਉਸ ਦੀ ਬਣਾਈ ਹੋਈ ਇਹ ਮਨੁੱਖਾਂ ਦੇ ਕਰਮਾਂ ਦੀ ਧਰਤੀ ਹੈ। ਕਰਮ ਧਰਤੀ ਸਰੀਰ ਕਲਯੁਗ ਅਤੇ ਜੋ ਬੋਵੈ ਸੋ ਖਾਤ। ਇਹਦੇ ਵਿੱਚ ਜਿਹੋ ਜਿਹੇ ਕਰਤੱਵਾਂ ਨੂੰ ਜੀਵ ਬੀਜਦੇ ਨੇ, ਉਹੀ ਕਰਮਾਂ ਦਾ ਫਲ ਖਾਂਦੇ ਹਨ। ਅਗਲੇ ਜਨਮ ਦੇ ਵਿੱਚ 3 ਕਰਮ ਨੇ। ਇੱਕ ਕਿਰੇਮਾਨ ਨੇ ਜੋ ਆਪਾਂ ਕਰ ਰਹੇ ਹਾਂ, ਜਿਵੇਂ ਹੁਣ ਕਥਾ ਸੁਣ ਰਹੇ ਅਤੇ ਕਰ ਰਹੇ ਹਾਂ ਕਿਰੇਮਾਨ। ਅਰਦਾਸ ਤੋਂ ਬਾਅਦ ਜਦ ਪ੍ਰਸ਼ਾਦ ਵਰਤ ਗਿਆ, ਉਹ ਸੰਚਿਤ ਹੋ ਗਿਆ, ਸਾਡੇ ਖਾਤੇ 'ਚ ਜਮ੍ਹਾਂ ਹੋ ਗਿਆ, ਅਤੇ ਉਹਦੇ ਤੋਂ ਬਾਅਦ ਮੁੜ ਕੇ ਮੱਥੇ ਦੀ ਪ੍ਰਾਰਬਧ ਬਣਦੀ ਹੈ, ਉਹ ਅਗਲੇ ਜਨਮ 'ਚ ਬਣਦੀ ਹੈ। ਇਸ ਮਨੁੱਖਾ ਦੇਹ ਰੂਪੀ ਕਰਮ ਰੂਪ ਧਰਤੀ 'ਚ ਜੋ ਜੀਵ ਨਿਸ਼ਕਾਮ ਕਰਮ ਕਰਕੇ ਨਾਮ ਰੂਪ ਬੀਜ ਨੂੰ ਬੀਜਣਗੇ, ਉਹ ਬ੍ਰਹਮਾਨੁਤ ਆਨੰਦ ਰੂਪੀ ਫਲ ਨੂੰ ਪਾਉਣਗੇ। ਬਿਸਮਨ ਬਿਸਮ ਭਏ ਬਿਸਮਾਦਾ। ਆਸ਼ਚਰਜ ਸਰੂਪ ਨੂੰ ਪਾ ਕੇ ਆਸ਼ਚਰਜ ਤੋਂ ਆਸ਼ਚਰਜ ਹੋ ਗਏ ਆ। ਇਸੇ ਪ੍ਰਕਾਰ ਬਿਸਮਨ ਬਿਸਮ ਭਏ ਬਿਸਮਾਦਾ। ਜਿਸ ਵੇਲੇ ਮਨ ਵਿਸ਼ਿਆਂ ਵੱਲੋਂ ਰੋਗਿਆ, ਉਦੋਂ ਆਸ਼ਚਰਜ ਸਰੂਪ ਨੂੰ ਪਾ ਕੇ ਆਸ਼ਚਰਜ ਰੂਪ ਹੋ ਗਏ। ਆਨ ਨਾ ਬੀਓ ਦੂਸਰ ਲਾਵਨ। ਹੋਰ ਕੋਈ ਦੂਜਾ ਪੈਦਾ ਨਹੀਂ ਹੋਇਆ ਜੋ ਉਸ ਅਦਵੈਤ ਰੂਪ ਪਰਮੇਸ਼ਰ ਦੇ ਬਰਾਬਰ ਲਾਉਣਾ ਕਰੀਏ, ਜਾਂ ਕੋਈ ਹੋਰ ਦੂਜਾ ਉਹਦੇ ਬਰਾਬਰ ਲਾਉਣ ਵਾਸਤੇ ਪੈਦਾ ਨਹੀਂ ਹੋਇਆ ਹੈ। ਲੱਲਾ ਤੱਕ ਲਵੇ ਨਾ ਕੋ, ਇੱਕ ਆਪ ਅਵਰ ਨ ਹੋ। ਰਸਨਾ ਸਿਮਰ ਸਿਮਰ ਜਸ ਜੀਵਾ। ਇੱਕ ਵਾਰ ਫਿਰ ਉਚਾਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਮਹਾਰਾਜ ਕਥਨ ਕਰਦੇ ਕਿ ਅਸੀਂ ਰਸਨਾ ਜ਼ਬਾਨ ਨਾਲ ਉਸ ਸਿਮਰਨੇ ਯੋਗ ਪਰਮੇਸ਼ਰ ਦੇ ਜਸ ਕੀਰਤ ਨੂੰ ਸਿਮਰ ਕੇ ਹੀ ਜਿਉਂਦੇ ਹਾਂ। ਨਾਨਕ ਦਾਸ ਸਦਾ ਬਲ ਜਾਵਨ। ਹਰ ਦਾਸ ਸੇਵਕ ਭਾਵ ਧਾਰ ਕੇ ਹਮੇਸ਼ਾ ਉਸ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਇੱਥੇ ਗੁਰੂ ਸਾਹਿਬ ਨੇ ਸ਼ਬਦ ਦੀ ਸਮਾਪਤੀ ਕੀਤੀ ਹੈ ਜੀ। ਭੁੱਲ ਚੁੱਕ ਮਾਫ ਕਰਨੀ, ਅੱਗੇ ਤੋਂ ਸਮਤ ਬਖਸ਼ਣੀ। ਬਿਸਮਨ ਬਿਸਮ ਭਏ ਬਿਸਮਾਦਾ। ਆਣ ਨਾ ਬੀਓ ਦੂਸਰ ਲਾਵਨ। ਰਸਨਾ ਸਿਮਰ ਸਿਮਰ ਜਸ ਜੀਵਾ। ਨਾਨਕ ਦਾਸ ਸਦਾ ਬਲ ਜਾਵਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰੂ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ।